ਕਿੱਡੀਆਂ ਕਿੱਡੀਆਂ ਛੋਟੀਆਂ ਛੋਟੀਆਂ ਬੱਚੀਆਂ ਨੂੰ 50-50 ਸਾਲ ਦੇ ਬੰਦੇ ਜਿਹੜੇ ਘੂਰ ਘੂਰ ਕੇ ਦੇਖਦੇ ਨੇ ਔਰ ਉਹਦੇ ਲਈ ਅਸੀਂ ਕੁਝ ਨਹੀਂ ਕਰ ਸਕਦੇ। ਕਈ ਵਾਰੀ ਤਾਂ ਅਸਹਾਏ ਇੰਨਾ ਸਾਨੂੰ ਮਹਿਸੂਸ ਹੁੰਦਾ, ਆਪਣੇ ਆਪ ਦੇ ਉੱਤੇ ਲਾਹਨਤ ਆਉਂਦੀ ਆ ਤੇ ਦਿਲ ਤਾਂ ਕਰਦਾ ਹੁੰਦਾ ਜਾ ਕੇ ਇਹਦੇ 4 ਚਪੇੜਾ ਮੂੰਹ ਦੇ ਉੱਤੇ ਸਿੱਟ ਕੇ ਆਈਏ। ਜਿੰਨਾ ਵੀ ਇਹ ਗੁੰਡਾ ਤੱਤਵ ਸੀਗਾ, ਜਿੰਨੇ ਪੋਲੀਟੀਕਲ ਲੀਡਰ ਨੇ, ਉਹ ਵੀ ਸਾਰੇ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਸਾਡੇ ਦੇਸ਼ ਦੇ ਵਿੱਚ ਰਾਜ ਕਰੀ ਜਾਂਦੇ ਨੇ ਤੇ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਆ ਉਹ ਉਹਨਾਂ ਦੇ ਨਾਲ ਐਸੋਸੀਏਟਡ ਹੈ। ਐਵੇਂ ਲੱਗਦਾ ਕਿ ਜਿਵੇਂ ਉਹਨਾਂ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਹੀ ਨਹੀਂ ਚੱਲਦਾ। ਇੱਕ ਟਾਈਮ ਸੀਗਾ ਜਦੋਂ ਗੈਂਗ ਰੇਪ ਜਿਹੜੇ ਹੁੰਦੇ ਸੀ ਇੱਕ ਏਜ ਗਰੁੱਪ ਹੁੰਦਾ ਸੀ, ਹੁਣ ਤਾਂ ਕੋਈ ਏਜ ਹੀ ਨਹੀਂ ਰਹੀ। ਨਾ 3 ਸਾਲ ਦੇ ਬੱਚੇ ਨੂੰ ਛੱਡਦੇ ਆ, ਨਾ 50 ਸਾਲ ਦੀ ਲੇਡੀ ਨੂੰ ਛੱਡਦੇ। ਕਈ ਤਾਂ ਬੋਲਦੀਆਂ ਹੀ ਨਹੀਂ, ਕਈਆਂ ਨੂੰ ਐ ਲੱਗਦਾ ਕਿ 4 ਦੀਵਾਰੀ 'ਚ ਹੀ ਗੱਲ ਦੱਬ ਦਿੱਤੀ ਜਾਏ, ਕਿਤੇ ਫੈਮਿਲੀ ਦੀ ਰੈਪੂਟੇਸ਼ਨ ਤੇ ਸਵਾਲ। ਰੇਪ ਤਾਂ ਕਹਿੰਦੇ ਅੱਖਾਂ ਦੇ ਨਾਲ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਗਲਤ ਨਿਗਾਹ ਦੇ ਨਾਲ ਦੇਖਦੇ ਆ ਉਹਦੇ ਨਾਲ ਹਰਾਸਮੈਂਟ ਹੁੰਦੀ, ਉਹ ਵੀ ਰੇਪ ਆ, ਉਹ ਵੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਆਉਂਦਾ, ਰੇਪ ਦੀ ਕੇਸ ਵਿੱਚ ਵੀ ਆਉਂਦਾ। ਜਿਹੜੀਆਂ ਜਿੰਨੇ ਵੀ ਇਹ ਗਵਰਨਮੈਂਟ ਜੌਬ ਦੇ ਵਿੱਚ ਜਿੰਨੇ ਵੀ ਇੰਪਲਾਈ ਹੈਗੇ ਆ, ਚਾਹੇ ਉਹ ਪੀਐਨ ਹੈ, ਚਾਹੇ ਉਹ ਡੀਸੀ ਲੱਗਿਆ ਹੋਇਆ ਆ, ਜਾਂ ਜਿੰਨੇ ਇਹ ਪੋਲੀਟੀਕਲ ਲੀਡਰ ਨੇ, ਇਹ ਕੋਈ ਘਰੋਂ ਛਾਪ ਕੇ ਪੈਸੇ ਥੋੜੀ ਨਾ ਆਪਣੀਆਂ ਤਨਖਾਹਾਂ ਲੈਂਦੇ ਨੇ, ਸਾਡੇ ਲੋਕਾਂ ਦੇ ਟੈਕਸ ਨੇ। ਸਾਡੀਆਂ ਲੜਕੀਆਂ ਨੂੰ ਇੱਜ਼ਤ ਨਹੀਂ ਚਾਹੀਦੀ, ਉਹਨਾਂ ਨੂੰ ਇਨਸਾਨ ਦੇ ਬਰਾਬਰ ਇੱਕ ਹਿਊਮਨ ਬੀਇੰਗ ਸਮਝ ਕੇ ਉਹਨਾਂ ਨੂੰ ਟਰੀਟ ਕੀਤਾ ਜਾਵੇ। ਸਾਨੂੰ ਨਹੀਂ ਚਾਹੀਦੀ, ਸਾਨੂੰ ਕਿਉਂ ਐਕਸਟਰਾ ਇੱਜ਼ਤ ਚਾਹੀਦੀ ਹੈ ਜਦ ਅਸੀਂ ਕਹਿੰਦੇ ਆ ਕਿ ਔਰਤਾਂ ਤੇ ਮਰਦ ਬਰਾਬਰ ਨੇ। ਦੇਖੋ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਉਦੋਂ ਬਰਾਬਰਤਾ ਮਿਲੀ ਸੀ, ਅਜੇ ਤੱਕ ਤਾਂ ਸਮਝਿਆ ਹੀ ਨਹੀਂ ਲੋਕਾਂ ਨੇ ਸਾਨੂੰ ਬਰਾਬਰ। ਦੂਜੇ ਗ੍ਰੇਡ ਦੇ ਵਿੱਚ ਆਂਦੀ ਆ ਔਰਤ ਹਮੇਸ਼ਾ, ਪਹਿਲੇ ਦੇ ਵਿੱਚ ਤਾਂ ਆਂਦੀ ਨਹੀਂ ਹੈਗੀ। ਲੜਕੀਆਂ ਨੂੰ ਸੈਲਫ ਡਿਫੈਂਸ ਸਿਖਾਈ ਜਾਵੇ, ਲੜਕੀਆਂ ਨੂੰ ਅਵੇਅਰ ਕੀਤਾ ਜਾਵੇ, ਕਿਹੜਾ ਬੰਦਾ ਤੁਹਾਡੇ ਵਾਸਤੇ ਚੰਗੀ ਤਰ੍ਹਾਂ ਨਾਲ ਸੋਚਦਾ, ਕਿਹੜਾ ਕਿਸ ਤਰ੍ਹਾਂ ਨਾਲ ਤੁਹਾਨੂੰ ਦੇਖਦਾ, ਕਿਹਨੂੰ ਬੁਲਾਉਣਾ, ਕਿਹਨੂੰ ਨਹੀਂ ਕਰਨਾ। ਇਹ ਸਾਡੀ ਐਜੂਕੇਸ਼ਨ ਦਾ ਮੇਜਰ ਪਾਰਟ ਹੋਣਾ ਚਾਹੀਦਾ, ਇਹ ਹੈ ਹੀ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਇਹ ਉਹ ਸਮਾਜ ਹੈ ਜਿੱਥੇ ਔਰਤ ਨੂੰ ਦੇਵੀ ਕਹਿ ਕੇ ਪੂਜਿਆ ਜਾਂਦਾ ਹੈ ਤੇ ਇਹ ਉਹੀ ਸਮਾਜ ਹੈ ਜਿੱਥੇ ਔਰਤ ਦੇ ਨਾਲ ਦੁਸ਼ਕਰਮ ਹੁੰਦੇ ਨੇ, ਉਸ ਨੂੰ ਮਾਰਿਆ ਜਾਂਦਾ ਹੈ, ਕੁੱਟਿਆ ਜਾਂਦਾ ਹੈ ਔਰ ਇਸ ਹੱਦ ਤੱਕ ਮਾਰਿਆ ਜਾਂਦਾ ਹੈ ਕਿ ਆਖਿਰ ਦੇ ਵਿੱਚ ਉਸ ਦੀ ਜਾਨ ਚਲੀ ਜਾਂਦੀ ਹੈ। ਯੂਪੀ ਦੇ ਵਿੱਚ ਇੱਕ ਅਜਿਹੀ ਘਟਨਾ, ਇੱਕ ਅਜਿਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਨਿਰਭਇਆ ਕਾਂਡ ਯਾਦ ਕਰਵਾ ਦਿੱਤਾ ਹੈ। ਅਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਹੋਰ ਨਿਰਭਇਆ ਜਿਨ੍ਹਾਂ ਨੇ ਇਸੇ ਤਰ੍ਹਾਂ ਸਮਾਹਿਕ ਦੁਸ਼ਕਰਮ ਦਾ ਸ਼ਿਕਾਰ ਹੋਣ ਤੋਂ ਬਾਅਦ ਆਪਣੀ ਜਾਨ ਗਵਾ ਲਈ ਹੈ। ਇੱਕ ਹੋਰ ਬੱਚੀ, 20 ਸਾਲ ਦੀ ਉਹ ਬੱਚੀ ਜਿਹੜੀ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ, ਜਿਸ ਦੇ ਨਾਲ 4 ਅਜਿਹੇ ਜਿਹੜੇ ਦਰਿੰਦੇ ਨੇ ਉਹਨਾਂ ਨੇ ਦੁਸ਼ਕਰਮ ਕੀਤਾ ਕਿ ਪਹਿਲਾਂ ਉਸ ਦੀ ਜ਼ੁਬਾਨ ਕੱਟੀ, ਫਿਰ ਰੀੜ੍ਹ ਦੀ ਹੱਡੀ ਤੋੜ ਦਿੱਤੀ ਤੇ ਉਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਇਲਜ਼ਾਮ ਪਰਿਵਾਰ ਵੱਲੋਂ ਲਗਾਏ ਜਾਂਦੇ ਨੇ, ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਗਾਏ ਜਾਂਦੇ ਨੇ। ਪਰ ਆਖਿਰਕਾਰ ਉਹ ਕੁੜੀ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਜੇ ਅਸੀਂ ਇਨਸਾਫ ਮੰਗ ਵੀ ਰਹੇ ਹਾਂ ਤਾਂ ਸਿਰਫ ਪਰਿਵਾਰ ਲਈ ਮੰਗ ਰਹੇ ਹਾਂ, ਕੁੜੀ ਨੂੰ ਇਨਸਾਫ ਸ਼ਾਇਦ ਕਦੇ ਨਹੀਂ ਮਿਲਣਾ ਕਿਉਂਕਿ ਉਹ ਤਾਂ ਇਸ ਜ਼ਿੰਦਗੀ ਦੀ ਜੰਗ ਨੂੰ ਹਾਰ ਚੁੱਕੀ ਹੈ। ਪਰ ਇੱਥੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਬੇਟੀ ਬਚਾਓ ਹੁਣ ਇੱਕ ਸਲੋਗਨ ਨਾ ਰਹਿ ਕੇ ਇੱਕ ਵਾਰਨਿੰਗ ਕਿਉਂ ਬਣ ਚੁੱਕੀ ਹੈ। ਇਹ ਸਲੋਗਨ ਜਿਹੜਾ ਹੈ ਬੇਟੀ ਬਚਾਓ, ਜਿਸ ਨੂੰ ਬਹੁਤ ਵਾਰ ਰੇਸ ਕੀਤਾ ਗਿਆ ਹੈ, ਹੁਣ ਇਹਨੂੰ ਅਸੀਂ ਇੱਕ ਵਾਰਨਿੰਗ ਵਜੋਂ ਲੈਣਾ ਸ਼ੁਰੂ ਕਰ ਦਈਏ। ਇਸ ਵੇਲੇ ਮੇਰੇ ਨਾਲ ਸਮਾਜ ਸੇਵਿਕਾ ਅਨੀਤਾ ਸ਼ਰਮਾ ਮੌਜੂਦ ਨੇ। ਇਹਨਾਂ ਦੀ ਆਪਣੀ ਇੱਕ NGO ਹੈ ਬੇਲਨ ਬ੍ਰਿਗੇਡ। ਗੱਲਬਾਤ ਕਰ ਲੈਂਦੇ ਹਾਂ। ਇੱਕ ਔਰਤ ਹੋਣ ਦੇ ਨਾਤੇ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਸਾਂਝੀਆਂ ਕਰਾਂਗੇ। ਤੁਹਾਨੂੰ ਕੀ ਲੱਗਿਆ ਜਦੋਂ ਤੁਸੀਂ ਇਸ ਹਾਥਰਸ ਦੀ ਇੱਕ 20 ਸਾਲ ਦੀ ਮਾਸੂਮ ਜਿਸ ਦੇ ਨਾਲ ਸਮੂਹਿਕ ਦੁਸ਼ਕਰਮ ਹੋਇਆ, ਹਸਪਤਾਲ ਦੇ ਵਿੱਚ ਲਗਾਤਾਰ 10 ਦਿਨ ਉਸਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜੀ ਤੇ ਆਖਿਰਕਾਰ ਉਹ ਜੰਗ ਹਾਰ ਗਈ? ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਨੇ। ਤੁਸੀਂ ਵੀ ਦੇਖਦੇ ਰਹਿੰਦੇ ਹੋ, ਅਸੀਂ ਵੀ ਦੇਖਦੇ ਰਹਿੰਦੇ ਹਾਂ। ਜਿਹੜੀ ਕੋਈ ਘਟਨਾ ਥੋੜੀ ਜ਼ਿਆਦਾ ਹਾਈਲਾਈਟ ਹੋ ਜਾਂਦੀ ਆ, ਉਹ ਮੀਡੀਆ 'ਚ ਵੀ ਛਾ ਜਾਂਦੀ ਹੈ, ਨਿਊਜ਼ਪੇਪਰਾਂ ਦੇ ਵਿੱਚ ਵੀ ਆ ਜਾਂਦੀ ਹੈ ਤੇ ਉਹਨਾਂ ਕੋ ਗੌਰਮੈਂਟ ਥੋੜਾ ਜਿਹਾ ਐਕਸ਼ਨ ਕਰਕੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤੇ ਸਮਾਜ ਨੂੰ ਚੁੱਪ ਕਰਾ ਦਿੰਦੀ ਆ। ਸਾਡੇ ਸਮਾਜ ਦੇ ਵਿੱਚ ਇਹੋ ਜਿਹੀਆਂ ਘਟਨਾ ਜਿਹੜੀਆਂ ਕਿ ਜਿਸ ਤਰ੍ਹਾਂ ਨਾਲ ਗੈਂਗ ਰੇਪ ਕਰਕੇ ਉਹਨਾਂ ਨੂੰ ਦੇਖੋ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਉਹਨੂੰ ਮਾਰਿਆ ਗਿਆ, ਉਹਦੀ ਰੀੜ੍ਹ ਦੀ ਹੱਡੀ ਤੋੜੀ ਗਈ, ਉਹਦੀ ਜੀਭ ਕੱਟੀ ਗਈ, ਬੋਲਿਆ ਨਾ ਜਾਵੇ, ਔਰ ਕਿੰਨੀ ਮੰਦਭਾਗੀ ਆ। ਔਰ ਸਾਨੂੰ ਕਈ ਵਾਰੀ ਸ਼ਰਮ ਆਉਂਦੀ ਆ ਵੀ ਅਸੀਂ ਇਸ ਤਰ੍ਹਾਂ ਦੇ ਸਮਾਜ ਵਿੱਚ ਆਪਣੇ ਆਪ ਨੂੰ ਰੱਖਿਆ ਹੋਇਆ ਆ। ਇਸ ਸਮਾਜ ਦਾ ਅਸੀਂ ਹਿੱਸਾ ਆ, ਅਸੀਂ ਇਹਨੂੰ ਬਦਲ ਨਹੀਂ ਸਕਦੇ।
ਅਸੀਂ ਕਿਵੇਂ ਬਦਲੀਏ? ਜੇ ਅਸੀਂ ਆਪਣੇ ਆਪ ਨੂੰ ਬਦਲੀਏ, ਆਪਣੇ ਘਰ ਨੂੰ ਬਦਲਾਂਗੇ, ਅਸੀਂ ਸਾਡੇ ਬੱਚੇ ਤਾਂ ਬਾਹਰ ਹੀ ਜਾਣਗੇ ਨਾ ਨਿਕਲ ਕੇ, ਉਹ ਕਿਹੜੀ ਦੁਨੀਆ ਦੇ ਵਿੱਚ ਜਾਣਗੇ? ਬਾਹਰ ਤਾਂ ਫੇਰ ਉਹੀ ਦੁਨੀਆ, ਹੈਵਾਨ ਬੈਠੇ ਹੋਏ ਨੇ ਬਾਹਰ। ਕਿੱਡੀਆਂ ਕਿੱਡੀਆਂ ਛੋਟੀਆਂ ਛੋਟੀਆਂ ਬੱਚੀਆਂ ਨੂੰ 50-50 ਸਾਲ ਦੇ ਬੰਦੇ ਜਿਹੜੇ ਘੂਰ ਘੂਰ ਕੇ ਦੇਖਦੇ ਨੇ, ਔਰ ਉਹਦੇ ਲਈ ਅਸੀਂ ਕੁਝ ਨਹੀਂ ਕਰ ਸਕਦੇ। ਕਈ ਵਾਰੀ ਤਾਂ ਅਸਹਾਏ ਇੰਨਾ ਸਾਨੂੰ ਮਹਿਸੂਸ ਹੁੰਦਾ, ਆਪਣੇ ਆਪ ਦੇ ਉੱਤੇ ਲਾਹਨਤ ਆਉਂਦੀ ਆ, ਵੀ ਦਿਲ ਤਾਂ ਕਰਦਾ ਹੁੰਦਾ ਜਾ ਕੇ ਇਹਦੇ 4 ਚਪੇੜਾਂ ਮੂੰਹ ਦੇ ਉੱਤੇ ਸਿੱਟ ਕੇ ਆਈਏ। ਪਰ ਜੇ ਸਿੱਟ ਕੇ ਆਵਾਂਗੇ ਚਪੇੜਾਂ, ਜਾਂ ਅਸੀਂ ਅਗਲੇ ਨੂੰ ਬੋਲਾਂਗੇ ਵੀ ਕੁਝ ਉਲਟਾ ਪੁਲਟਾ, ਕਵਾਂਗੇ ਤੂੰ ਕੀ ਕਰਦਾ, ਤੇ ਅਸੀਂ ਅੱਗੇ ਕਿੱਥੇ ਜਾਵਾਂਗੇ? ਕਿਉਂਕਿ ਅੱਗੇ ਕੁਛ ਨਹੀਂ ਹੈ ਸਾਡੇ ਕੋਲ, ਨਾ ਸਾਡੇ ਕੋਲ ਪ੍ਰਸ਼ਾਸਨ ਆ, ਨਾ ਸਾਡੇ ਕੋਲ ਪੁਲਿਸ ਆ। ਕਿਉਂਕਿ ਇਸ ਤਰ੍ਹਾਂ ਨਾਲ ਲੱਗਣ ਲੱਗ ਗਿਆ ਕਿ ਜਿੰਨਾ ਵੀ ਇਹ ਗੁੰਡਾ ਤੱਤਵ ਸੀਗਾ, ਜਿੰਨੇ ਪੋਲੀਟੀਕਲ ਲੀਡਰ ਨੇ, ਉਹ ਵੀ ਸਾਰੇ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਸਾਡੇ ਦੇਸ਼ ਦੇ ਵਿੱਚ ਰਾਜ ਕਰੀ ਜਾਂਦੇ ਨੇ, ਤੇ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਆ ਉਹ ਉਹਨਾਂ ਦੇ ਨਾਲ ਐਸੋਸੀਏਟਡ ਹੈ। ਐਵੇਂ ਲੱਗਦਾ ਕਿ ਜਿਵੇਂ ਉਹਨਾਂ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਹੀ ਨਹੀਂ ਚੱਲਦਾ ਹੁੰਦਾ, ਔਰ ਉਹਨਾਂ ਨੇ ਗੁੰਡਿਆਂ ਨੂੰ ਹੀ ਪਨਾਹ ਦੇਣ ਦਾ ਠੇਕਾ ਲੈ ਲਿਆ। ਆਮ ਆਦਮੀ ਦੀ ਕੋਈ ਹੈਸੀਅਤ ਨਹੀਂ ਹੈ, ਕੋਈ ਜਗ੍ਹਾ ਨਹੀਂ ਲੱਭਦੀ ਜਿੱਥੇ ਤੁਸੀਂ ਸ਼ਿਕਾਇਤ ਕਰੋਗੇ। ਚਾਹੇ ਉਹ ਵਿਮਨ ਐਂਡ ਚਿਲਡਰਨ ਮਿਨਿਸਟਰੀ ਬਣੀ ਹੋਈ ਆ, ਚਾਹੇ ਉਹ ਮਹਿਲਾਵਾਂ ਦੇ ਲਈ ਉਹਨਾਂ ਨੇ ਵਿਮਨ ਆਯੋਗ ਬਣਾ ਦਿੱਤੇ, ਤੁਸੀਂ ਕੀ ਕਰੋਗੇ? ਇੱਕ ਕੰਪਲੇਂਟ ਪਾਈ, ਮਹੀਨੇ ਤੱਕ ਤੁਹਾਨੂੰ ਉਹਦਾ ਜਵਾਬ ਨਹੀਂ ਆਣਾ, ਔਰ ਉਹਦੇ ਤੇ 2 ਲਾਈਨਾਂ ਲਿਖੀਆਂ ਹੁੰਦੀਆਂ ਨੇ ਕਿ ਅਸੀਂ ਇਹਨੂੰ ਅੱਗੇ ਫਾਰਵਰਡ ਕਰ ਦਿੱਤਾ। ਤੁਸੀਂ ਉਸ ਚੀਜ਼ ਦੀ ਵੀ, ਇਹ ਮੈਨੂੰ ਬੰਦਾ ਗਲਤ ਨਿਗਾਹ ਨਾਲ ਦੇਖਦਾ ਸੀ ਜਾਂ ਮੈਨੂੰ ਗਲਤ ਬੋਲਿਆ, ਤੁਸੀਂ ਮਹੀਨੇ ਤੱਕ ਉਹਦੀ ਵੇਟ ਕਰਕੇ ਉਸ ਤੋਂ ਬਾਅਦ ਫਿਰ ਉਹਨੂੰ ਅੱਗੇ ਚਿੱਠੀ ਪੱਤਰਾਂ ਦਾ ਜਵਾਬ ਦਿਓਗੇ। ਇਹ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ, ਖਾਸ ਕਰਕੇ ਲੜਕੀਆਂ ਵਾਸਤੇ, ਸਾਡੇ ਬੱਚਿਆਂ ਵਾਸਤੇ, ਸਾਡੇ ਵਾਸਤੇ ਵੀ, ਕਿਉਂਕਿ ਇੱਕ ਟਾਈਮ ਸੀਗਾ ਜਦੋਂ ਗੈਂਗ ਰੇਪ ਜਿਹੜੇ ਹੁੰਦੇ ਸੀ ਇੱਕ ਏਜ ਗਰੁੱਪ ਹੁੰਦਾ ਸੀ, ਹੁਣ ਤਾਂ ਕੋਈ ਏਜ ਹੀ ਨਹੀਂ ਰਹੀ। ਨਾ 3 ਸਾਲ ਦੇ ਬੱਚੇ ਨੂੰ ਛੱਡਦੇ ਆ, ਨਾ 50 ਸਾਲ ਦੀ ਲੇਡੀ ਨੂੰ ਛੱਡਦੇ। ਪਿੱਛੇ ਭਾਰਤ ਦੇ ਇੱਕ ਕੋਨੇ ਦੇ ਵਿੱਚ ਇੱਕ 6 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਇਆ, ਉਸ ਤੋਂ ਬਾਅਦ ਉਹਦੀਆਂ ਅੱਖਾਂ ਭੰਨ ਦਿੱਤੀਆਂ ਗਈਆਂ। ਇੱਕ ਥਾਂ ਤੇ 13 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਇਆ, ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਇਹ ਤਾਂ ਹੋ ਰਹੇ ਨੇ, ਸਾਡਾ ਪ੍ਰਸ਼ਾਸਨ, ਸਾਡੀ ਮਿਨਿਸਟਰੀਆਂ, ਸਾਡੇ ਲੀਡਰ ਜਿਹੜੇ ਇਹਨਾਂ ਤੇ ਕਾਬੂ ਨਹੀਂ ਪਾ ਰਹੇ, ਕਿਉਂਕਿ ਉਹਨਾਂ ਨੇ ਉਹਨਾਂ ਸਾਰੇ ਬੰਦਿਆਂ ਨੂੰ ਗੁੰਡੇ ਰੱਖਿਆ ਹੋਇਆ ਆਪਣੇ ਕੋਲ। ਉਹਨਾਂ ਨੂੰ ਪਤਾ ਹੈ ਸਾਨੂੰ ਬਚਾ ਲੈਣਗੇ, ਔਰ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰਦੀ। ਉਹਨਾਂ ਨੂੰ ਪਤਾ ਜਿਨ੍ਹਾਂ ਦੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਇਨਸੀਡੈਂਟਸ ਹੁੰਦੀਆਂ ਨੇ, ਉਹ ਤਾਂ ਵਿਚਾਰੇ ਰੋਂਦੇ ਪਿੱਟਦੇ ਕਲਪਦੇ ਰਹਿ ਜਾਂਦੇ ਨੇ। ਔਰ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਗੁੰਡਿਆਂ ਨੂੰ ਆਪਣੀ ਪਨਾਹ ਦੇ ਵਿੱਚ ਰੱਖਦੇ ਹੋਏ ਉਹਨਾਂ ਨੂੰ ਸ਼ੈਲਟਰ ਦਿੰਦਾ, ਔਰ ਉਹਨਾਂ ਨੂੰ ਉਹ ਬਚਾਵ ਕਰਦਾ, ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਰਹਿੰਦਾ ਵੀ ਸਾਡੇ ਮੁੰਡੇ ਜਿਹੜੇ ਫਸਣੇ ਨਹੀਂ ਚਾਹੀਦੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹਨਾਂ ਤੋਂ ਇਲੀਗਲ ਕੰਮ ਕਰਾਏ ਹੁੰਦੇ ਨੇ ਪੋਲੀਟੀਕਲ ਲੀਡਰਾਂ ਨੇ। ਪੋਲੀਟੀਕਲ ਲੀਡਰ ਜਿਸ ਤਰ੍ਹਾਂ ਨਾਲ ਕਹਿੰਦੇ ਨੇ ਸਾਡੀ ਬਿਊਰੋਕ੍ਰੇਸੀ ਉਹੀ ਕੰਮ ਕਰਦੀ ਆ। ਜੇ ਇਹਨਾਂ ਚੀਜ਼ਾਂ ਦੇ ਨੂੰ ਅਸੀਂ ਇਸੇ ਤਰ੍ਹਾਂ ਨਾਲ ਚੱਲਣ ਦਿੱਤਾ, ਤੇ ਇਹ ਸਾਡੇ ਵਾਸਤੇ ਵੀ, ਜਿਹੜੇ ਪੜ੍ਹੇ ਲਿਖੇ ਲੋਕ ਨੇ ਜਾਂ ਅਨਪੜ੍ਹ ਲੋਕ ਨੇ, ਜਾਂ ਜਿਹੜੇ ਆਪਣੇ ਆਪ ਨੂੰ, ਅਸੀਂ ਜਿਸ ਤਰ੍ਹਾਂ ਨਾਲ ਆਪਾਂ ਆਪਣੇ ਆਪ ਨੂੰ ਕਹਿੰਦੇ ਆ ਵੀ ਆਪਾਂ ਅਵੇਅਰਡ ਲੇਡੀਜ਼ ਹੈਗੇ ਆ, ਤਾਂ ਸਾਡੇ ਵਾਸਤੇ ਵੀ ਇਹ ਸਮਾਜ ਕੋਈ ਬਹੁਤਾ ਜ਼ਿਆਦਾ ਸੇਫ ਨਹੀਂ ਹੈਗਾ, ਕਿਉਂਕਿ ਸਾਡੇ ਲਈ ਕੋਈ ਵੀ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਅਸੀਂ ਆਪਣੀ ਕੰਪਲੇਂਟ ਦੇ ਸਕੀਏ, ਜਾਂ ਅਸੀਂ ਜਿੱਥੇ ਕਿਤੇ ਜਾ ਕੇ ਆਪਣੀ ਤਕਲੀਫ ਨੂੰ ਦੱਸ ਸਕੀਏ। ਤੁਸੀਂ ਬਾਹਰ ਦੀ ਗੱਲ ਕਰ ਰਹੇ ਹੋ, ਬਹੁਤ ਸਾਰੀ ਔਰਤਾਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦੀਆਂ ਨੇ, ਕਈ ਤਾਂ ਬੋਲਦੀਆਂ ਹੀ ਨਹੀਂ, ਕਈਆਂ ਨੂੰ ਐਂ ਲੱਗਦਾ ਕਿ 4 ਦੀਵਾਰੀ 'ਚ ਹੀ ਗੱਲ ਦੱਬ ਦਿੱਤੀ ਜਾਏ, ਕਿਤੇ ਫੈਮਿਲੀ ਦੀ ਰੈਪੂਟੇਸ਼ਨ 'ਤੇ ਸਵਾਲ ਨਾ ਖੜਾ ਹੋਵੇ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਬੋਲਦੀਆਂ ਨਹੀਂ, ਪਰ ਬੋਲ ਕੇ ਵੀ ਕੀ ਕਰਨਗੀਆਂ? ਪੁਲਿਸ ਸਟੇਸ਼ਨ ਜਾਣਗੀਆਂ, ਚੌਂਕੀ 'ਚ ਜਾਣਗੀਆਂ, ਉੱਥੇ ਰਾਤ ਨੂੰ ਦਾਰੂ ਪੀ ਕੇ ਬੈਠੇ ਹੁੰਦੇ ਨੇ। ਜੇ ਰਾਤ ਨੂੰ ਕੋਈ ਲੜਾਈ ਹੁੰਦੀ ਜਾਂ ਦਿਨ ਹੁੰਦੀ, ਬੀਬੀ ਜਾ, ਘਰ ਵਾਲੇ ਤਾਂ ਇੱਦਾਂ ਹੀ ਕਰਦੇ ਹੁੰਦੇ ਆ ਕਹਿ ਕੇ ਉਹਨਾਂ ਨੂੰ ਭੇਜ ਦਿੰਦੇ ਆ। ਤੁਸੀਂ ਕੀ ਕਰੋਗੇ? ਕਿੱਥੇ ਜਾ ਕੇ ਕੰਪਲੇਂਟ ਰਜਿਸਟਰਡ ਕਰਾਓਗੇ? ਹਾਂ, ਜੇ ਕੋਈ ਔਰਤ ਹਿੰਮਤ ਵੀ ਕਰ ਲੈਂਦੀ ਆ ਲੜਾਈ ਲੜਨ ਦੀ, ਉਹਦੇ ਕੋਲ ਕਿਤੇ ਰਹਿਣ ਦੀ ਜਗ੍ਹਾ ਨਹੀਂ ਹੈ, ਕੋਈ ਸ਼ੈਲਟਰ ਹੈ ਉਹਦੇ ਕੋਲ, ਮੰਨ ਲਓ ਨੇ ਘਰ ਵਾਲੇ ਨੇ ਬਾਹਰ ਕੱਢ ਦਿੱਤਾ ਉਹਨੂੰ ਸਹੁਰੇ ਤੋਂ, ਕਿੱਥੇ ਜਾਏਗੀ ਉਹ? ਉਹਦੇ ਕੋਲ ਰਹਿਣ ਲਈ ਜਗ੍ਹਾ ਨਹੀਂ। ਪੁਲਿਸ ਸਟੇਸ਼ਨ ਵਾਲੇ ਕਹਿੰਦੇ ਆ ਅਸੀਂ ਰੱਖ ਨਹੀਂ ਸਕਦੇ, ਜਿੱਥੇ ਮਰਜ਼ੀ ਜਾ ਕੇ। ਉਹ ਜੇ ਆਪਣੀ ਡੋਮੈਸਟਿਕ ਵਾਇਲੈਂਸ ਦੀ ਕੰਪਲੇਂਟ ਵੀ ਕਰਦੀ ਆ, ਤਾਂ ਉਹ ਕਿਸ ਤਰ੍ਹਾਂ ਨਾਲ ਉਸ ਕੇਸ ਨੂੰ ਲੜੂਗੀ, ਔਰ ਕਿੰਨੇ ਸਾਲ ਲੜੇਗੀ? ਕਿੱਥੇ ਜਾਏਗੀ? ਜੇ ਕਚਹਿਰੀਆਂ 'ਚ ਜਾਂਦੇ ਆ, ਉੱਥੇ ਵਕੀਲ ਹਬਸ਼ੀ ਬਣੇ ਬੈਠੇ ਆ। ਮੈਨੂੰ ਕੋਈ ਸ਼ਰਮ ਨਹੀਂ ਹੈ ਇਹਦੇ ਵਿੱਚ ਉਹਨਾਂ ਨੂੰ ਹਬਸ਼ੀ ਕਹਿਣ ਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇੱਕ ਪਾਸੇ ਆਪਣੇ। ਮੈਂ ਇੱਥੇ ਲੁਧਿਆਣੇ ਦੀ ਇੱਕ ਤੁਹਾਡੇ ਨਾਲ ਸ਼ੇਅਰ ਕਰਦੀ ਘਟਨਾ, ਤੁਹਾਨੂੰ ਪਤਾ ਹੀ ਆ, ਜਦੋਂ ਇਹ ਆਪਣੇ ਇਹਦੇ ਸਲੂਨ ਦੇ ਵਿੱਚ ਉਹ ਲੜਕੀ ਦੇ ਉੱਤੇ ਤੇਜ਼ਾਬ ਨਹੀਂ ਸੁੱਟਿਆ ਸੀਗਾ, ਸ਼ਰੇਆਮ ਸਾਰਾ ਕੁਝ ਪਤਾ ਸੀਗਾ, ਔਰ ਨਾਮੀ ਵਕੀਲਾਂ ਨੇ ਉਹਦਾ ਕੇਸ ਲੜਿਆ ਉਹਨੂੰ ਨਿਰਦੋਸ਼ ਸਾਬਤ ਕਰਨ ਵਾਸਤੇ, ਕਿਉਂਕਿ ਪੈਸੇ ਮਿਲਦੇ ਸੀ ਗੁੰਡਿਆਂ ਦੇ ਕੋਲੋਂ। ਤੇ ਜਿਹੜੀ ਉਹ ਲੜਕੀ ਸੀਗੀ, ਜਿਹੜੀ ਸੀਗੀ ਇਹਦੀ ਸਫਰਰ ਸੀਗੀ, ਉਹਨਾਂ ਦੇ ਵਕੀਲ, ਉਹਨਾਂ ਨੇ ਵਿਚਾਰਿਆਂ ਨੇ ਸੋਚ ਕੇ ਕਰਨੇ ਹੁੰਦੇ ਆ ਕਿ ਕਿੱਥੋਂ ਦੇਵਾਂਗੇ ਅਸੀਂ ਪੈਸੇ। ਜਿਹੜੇ ਗੁੰਡੇ ਨੇ ਉਹਨਾਂ ਦੇ ਕੋਲ ਤਾਂ ਪੈਸੇ ਵੀ ਜ਼ਿਆਦਾ ਹੁੰਦੇ ਨੇ, ਉਹਨਾਂ ਦੇ ਕੇਸ ਵੀ ਨਾਮੀ ਵਕੀਲ ਲੜਦੇ ਨੇ, ਤੇ ਵਕੀਲ ਵੀ ਉਹੀ ਬੈਠੇ ਨੇ, ਉਹਨਾਂ ਨੇ ਤਾਂ ਆਪਣੇ ਗਾਹਕ ਲੱਭਣੇ ਹੁੰਦੇ ਆ ਵੀ ਅੱਜ ਮੇਰੇ ਕੋਲ 5000 ਦਾ ਕੰਮ ਆ ਗਿਆ, ਅੱਜ ਮੇਰੇ ਕੋਲ 10000 ਦਾ ਕੰਮ ਆ ਗਿਆ। ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਔਰਤਾਂ ਹੈਗੀਆਂ ਨੇ, ਉਹਨਾਂ ਦੇ ਲਈ ਸੇਫਟੀ ਨਹੀਂ ਹੈ।
ਔਰਤ ਨੂੰ ਇਨਸਾਨ ਮੰਨ ਲਿਆ ਜਾਏ, ਇਹੀ ਬਹੁਤ ਵੱਡੀ ਗੱਲ ਹੈ। ਦੇਵੀ ਤਾਂ ਬਾਅਦ ਵਿੱਚ ਮੰਨਾਂਗੇ। ਔਰਤ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਹਦੇ ਅੰਗ ਕੱਟ ਦਿੱਤੇ ਜਾਂਦੇ ਨੇ, ਅੰਗ ਸਾੜ ਦਿੱਤੇ ਜਾਂਦੇ ਨੇ, ਉਹਦੀ ਜ਼ੁਬਾਨ ਵੀ ਸਾੜ ਦਿੱਤੀ, ਹੱਡੀਆਂ ਤੋੜ ਦਿੱਤੀਆਂ, ਜਾਂ ਹੋਰ ਵੀ ਜਿਹੜੇ ਸਮਾਜ ਦੇ ਵਿੱਚ ਦੁਸ਼ਕਰਮ ਹੋਏ ਨੇ, ਕਿਸ ਤਰ੍ਹਾਂ ਕੁੜੀਆਂ ਦੇ ਅੰਗਾਂ ਦੇ ਨਾਲ ਜੋ ਹੋਇਆ ਹੈ, ਜਾਂ ਉਹਨਾਂ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਹੈ। ਇਹ ਬੱਚੀ ਜਿਹੜੀ ਸੀਗੀ 20 ਸਾਲ ਦੀ, ਦੋਸ਼ੀਆਂ ਨੂੰ ਇਹੀ ਲੱਗਿਆ ਕਿ ਸ਼ਾਇਦ ਇਹ ਮਰ ਗਈ ਹੈ, ਪਰ ਫਿਰ ਵੀ ਜਦੋਂ ਹਸਪਤਾਲ ਲਿਆਏ ਥੋੜੀ ਜਾਨ ਬਾਕੀ ਸੀ ਤਾਂ ਉਸਨੇ ਇਸ਼ਾਰੇ ਕਰਕੇ ਦੱਸਿਆ ਕਿ ਮੇਰੇ ਨਾਲ ਕੀ ਹੋਇਆ। ਫਿਰ ਵੀ 10 ਦਿਨ ਲੱਗ ਗਏ ਦੋਸ਼ੀਆਂ ਨੂੰ ਫੜਨ ਦੇ ਲਈ। ਫਿਰ ਵੀ ਮੈਡੀਕਲ ਰਿਪੋਰਟਸ ਇਹ ਕਹਿ ਰਹੀਆਂ ਸੀ ਕਿ ਦੁਸ਼ਕਰਮ ਹੋਇਆ ਹੀ ਨਹੀਂ ਹੈ, ਜ਼ੁਬਾਨ ਵੀ ਨਹੀਂ ਕੱਟੀ ਹੋਈ ਸੀ। ਕੀ ਦੁਸ਼ਕਰਮ ਹੋਣਾ ਸਿਰਫ ਪੈਨੀਟ੍ਰੇਸ਼ਨ ਨੂੰ ਕਹਿੰਦੇ ਆ? ਜੇ ਕੋਈ ਕਿਸੇ ਬੰਦੇ ਦੇ ਨਾਲ ਸੈਕਸੁਅਲੀ ਕੋਈ ਰਿਲੇਸ਼ਨ ਬਣਾਉਂਦਾ, ਪੈਨੀਟ੍ਰੇਸ਼ਨ ਹੋਏਗੀ, ਉਹ ਦੁਸ਼ਕਰਮ ਹੁੰਦਾ। ਬਾਕੀ ਹੋਰ ਕਿਸੇ ਚੀਜ਼ ਨੂੰ ਵੀ ਟੱਚ ਕਰਨਾ ਜਾਂ ਕੁਝ ਉਹਨੂੰ ਹਰਾਸ ਕਰਨਾ ਪੈਨੀਟ੍ਰੇਸ਼ਨ ਨਹੀਂ ਹੁੰਦੀ। ਉਹਦੀ ਇੰਨੀ ਬੁਰੀ ਹਾਲਤ ਹੋ ਗਈ, ਉਹ ਇਹਦਾ ਮਤਲਬ ਉਹ ਰੇਪ ਨਹੀਂ ਹੈ। ਰੇਪ ਤਾਂ ਕਹਿੰਦੇ ਅੱਖਾਂ ਦੇ ਨਾਲ ਵੀ, ਜੇ ਤੁਸੀਂ ਕਿਸੇ ਬੰਦੇ ਨੂੰ ਗਲਤ ਨਿਗਾਹ ਦੇ ਨਾਲ ਦੇਖਦੇ ਆ, ਉਹਦੇ ਨਾਲ ਹਰਾਸਮੈਂਟ ਹੁੰਦੀ, ਉਹ ਵੀ ਰੇਪ ਆ। ਉਹ ਵੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਆਉਂਦਾ, ਰੇਪ ਦੀ ਕੇਸ ਵਿੱਚ ਵੀ ਆਉਂਦਾ। ਰੇਪ ਸਿਰਫ ਪੈਨੀਟ੍ਰੇਸ਼ਨ ਨੂੰ ਨਹੀਂ ਕਹਿੰਦੇ ਹੈਗੇ। ਸਾਡਾ ਜਿਹੜਾ ਦੇਖੋ, ਸਾਡੀਆਂ ਲੈਬੋਰਟਰੀਆਂ ਟੈਸਟਿੰਗ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ, ਔਰ ਸਾਡੇ ਪੁਲਿਸ ਪ੍ਰਸ਼ਾਸਨ, ਕਿੰਨੀ ਹੈਰਾਨੀ ਦੀ ਗੱਲ ਹੈ, ਕਿੰਨੇ ਦੁੱਖ ਦੀ ਗੱਲ ਆ, ਕਿੰਨੀ ਤਕਲੀਫ ਦੀ ਗੱਲ ਆ ਵੀ ਇਹ ਪੜ੍ਹ ਕੇ ਆਉਂਦੇ ਨੇ ਅਫਸਰ ਬਣ ਕੇ, ਐਡੀਆਂ ਵੱਡੀਆਂ ਇਹ ਦਿੰਦੇ ਨੇ, ਡਿਗਰੀਆਂ ਕਰਕੇ ਆਉਂਦੇ ਨੇ, ਐਗਜ਼ਾਮ ਦੇ ਕੇ ਆਉਂਦੇ ਨੇ, ਕਲੀਅਰ ਕਰਕੇ IAS ਆਫੀਸਰ ਬਣ ਗਏ, ਅਸੀਂ PPS ਬਣ ਗਏ ਜਾ ਕੇ ਹੈ। ਉਸ ਦੇ ਬਾਵਜੂਦ ਇਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਵੀ ਸਾਹਮਣੇ ਦੁਸ਼ਕਰਮ ਹੋਇਆ ਨਜ਼ਰ ਆਉਂਦਾ, ਅਸੀਂ ਇੱਥੇ ਕੇਸ ਰਜਿਸਟਰਡ ਕਰਕੇ ਧਾਰਾ ਲਾ ਦਈਏ, ਕਿਉਂਕਿ ਆਪਣਾ ਦਿਮਾਗ ਤਾਂ ਨਹੀਂ ਲਾਣਾ ਨਹੀਂ ਹੁੰਦਾ। ਇਹਨਾਂ ਨੂੰ ਤਾਂ ਜੋ ਪਿੱਛੋਂ ਪੋਲੀਟੀਕਲ ਲੀਡਰਾਂ ਦੇ ਆਰਡਰ ਆਣੇ ਆ, ਗੁੰਡਿਆਂ ਨੂੰ ਬਚਾਉਣ ਲਈ ਲਗਾਉਣਾ ਕਿ ਨਹੀਂ ਲਗਾਉਣਾ, ਉਸ ਤਰ੍ਹਾਂ ਨਾਲ ਇਹਨਾਂ ਨੇ ਕਰਨਾ। ਜਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਇਹ ਜਵਾਬਦੇਹੀ ਨਹੀਂ ਬਣਦੀ ਇਹਨਾਂ ਚੀਜ਼ਾਂ ਦੇ ਉੱਤੇ, ਉਦੋਂ ਤੱਕ ਸਾਡੇ ਸਮਾਜ ਦਾ ਕੋਈ ਸੁਧਾਰ ਨਹੀਂ ਹੋਣਾ। ਵੈਸੇ ਹੋਣਾ ਕੀ ਚਾਹੀਦਾ, ਜਿਹੜੇ ਥਾਣੇ ਦੇ ਵਿੱਚ ਇਸ ਤਰ੍ਹਾਂ ਦੀਆਂ ਇੰਸੀਡੈਂਟਾਂ ਹੁੰਦੀਆਂ ਨੇ, ਉਹਦਾ SHO ਜਿਹੜਾ ਉਹ ਨਾਲ ਉਹਦੇ ਲਾਇਬਲ ਹੋਣਾ ਚਾਹੀਦਾ ਵੀ ਇਹਦੀ ਵੀ ਨਾਲ ਜ਼ਿੰਮੇਵਾਰੀ ਬਣਦੀ ਆ। ਤਨਖਾਹ ਨਹੀਂ ਲੈਂਦਾ। ਜਿਹੜੀਆਂ ਜਿੰਨੇ ਵੀ ਇਹ ਗਵਰਨਮੈਂਟ ਜੌਬ ਦੇ ਵਿੱਚ ਜਿੰਨੇ ਵੀ ਇੰਪਲਾਈ ਹੈਗੇ ਆ, ਚਾਹੇ ਉਹ PN ਹੈ, ਚਾਹੇ ਉਹ DC ਲੱਗਿਆ ਹੋਇਆ ਆ, ਜਾਂ ਜਿੰਨੇ ਇਹ ਪੋਲੀਟੀਕਲ ਲੀਡਰ ਨੇ, ਇਹ ਕੋਈ ਘਰੋਂ ਛਾਪ ਕੇ ਪੈਸੇ ਥੋੜੀ ਨਾ ਆਪਣੀਆਂ ਤਨਖਾਹਾਂ ਲੈਂਦੇ ਨੇ। ਸਾਡੇ ਲੋਕਾਂ ਦੇ ਟੈਕਸ ਨੇ, ਅਸੀਂ ਲੋਕ ਹੀ ਦਿੰਦੇ ਆ ਇਹਨਾਂ ਨੂੰ ਪੈਸੇ। ਹਰ ਚੀਜ਼ ਦੇ ਉੱਤੇ ਪੈਸੇ ਇਹਨਾਂ ਨੇ ਚਾਰਜ ਕਰਨੇ। ਚਾਹੇ ਪਾਣੀ ਦੀ ਬੋਤਲ ਆਲਰੇਡੀ ਉਹਦੇ ਵਿੱਚ ਐਡਡ ਹੁੰਦੇ ਆ, ਕੋਈ ਵੀ ਐਸੀ ਚੀਜ਼ ਨਹੀਂ, ਇੱਕ ਟੌਫੀ ਤੋਂ ਲੈ ਕੇ ਸਾਰਿਆਂ ਦੇ ਵਿੱਚ ਟੈਕਸ ਐਡਡ ਆ। ਉਹ ਇਹਨਾਂ ਨੂੰ ਜਾਂਦਾ, ਉਹਦੇ ਤੇ ਇਹ ਐਸ਼ਾਂ ਕਰਦੇ, ਔਰ ਉਹਨਾਂ ਲੋਕਾਂ ਲਈ ਇਹ ਕੰਮ ਨਹੀਂ ਕਰਦੇ। ਠੀਕ ਹੈ, ਉਹਨਾਂ ਲੋਕਾਂ ਵਾਸਤੇ ਇਹ ਕੰਮ ਨਹੀਂ ਕਰਦੇ, ਉਹਨਾਂ ਨੂੰ ਇਹ ਪ੍ਰੋਟੈਕਟ ਨਹੀਂ ਕਰ ਸਕਦੇ। ਪ੍ਰੋਟੈਕਟ ਉਸ ਨੂੰ ਕੀਤਾ ਜਾਂਦਾ ਜਿਹੜਾ ਦੋਸ਼ੀ ਹੁੰਦਾ। ਹਾਂ, ਬਿਲਕੁਲ ਕੀਤਾ ਜਾਂਦਾ। ਥਾਣੇ ਕਚਹਿਰੀਆਂ, ਸਾਡੇ ਜਿਹੜੇ ਵਕੀਲ ਨੇ, ਜਿੱਧਰੋਂ ਜ਼ਿਆਦਾ ਪੈਸੇ ਮਿਲਦੇ ਆ, ਜਿੱਧਰੋਂ ਜ਼ਿਆਦਾ ਫੀਸਾਂ ਮਿਲਦੀਆਂ, ਜਿੱਧਰੋਂ ਜ਼ਿਆਦਾ ਪ੍ਰੈਸ਼ਰ ਮਿਲਦਾ, ਜਿੱਧਰੋਂ ਇਹਨਾਂ ਨੂੰ ਲੱਗਦਾ ਕਿ ਸਾਨੂੰ ਜ਼ਿਆਦਾ ਬੈਨੀਫਿਟ ਹੁੰਦਾ, ਉਹਨਾਂ ਨੂੰ ਹੀ ਪ੍ਰੋਟੈਕਟ ਕਰਦੇ ਨੇ। ਠੀਕ ਹੈ, ਆਪਾਂ ਹਰ ਵਾਰੀ ਕਹਿੰਦੇ ਰਹਿੰਦੇ ਹਾਂ ਕਿ ਪ੍ਰਸ਼ਾਸਨ ਦੋਸ਼ੀ ਹੈ, ਪ੍ਰਸ਼ਾਸਨ ਦੇ ਇੰਨੇ ਦਾਅਵਿਆਂ ਦੇ ਬਾਵਜੂਦ ਸਮਾਜ ਦੇ ਵਿੱਚ ਅਜਿਹੇ ਦੁਸ਼ਕਰਮ ਹੋ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਤਾਂ ਦੋਸ਼ੀ ਹੈ ਹੀ, ਨਾਲ ਦੇ ਨਾਲ ਜਿਹੜੀ ਸਾਡੀ ਪਰਵਰਿਸ਼ ਹੈ, ਜਿਹੜੇ ਅਜਿਹੀ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਨੇ, ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਘਰਾਂ ਦੇ ਵਿੱਚ ਜਦੋਂ ਮੁੰਡੇ ਐਜੂਕੇਟ ਹੋਣ ਲੱਗ ਗਏ, ਜਦੋਂ ਮਾਂ ਨੇ ਸਿਖਾਇਆ ਕਿ ਜਿੰਨੀ ਤੇਰੀ ਮਾਂ ਤੇ ਤੇਰੀ ਭੈਣ ਦੀ ਇੱਜ਼ਤ ਜ਼ਰੂਰੀ ਹੈ, ਉਨੀ ਹੀ ਦੂਜੇ ਦੀ ਮਾਂ ਤੇ ਦੂਜੇ ਦੀ ਭੈਣ ਦੀ ਇੱਜ਼ਤ ਜ਼ਰੂਰੀ ਹੈ। ਪਰਵਰਿਸ਼ ਕਿੰਨਾ ਕੁ ਰੋਲ, ਪਰਵਰਿਸ਼ ਸਿਰਫ ਪਰਿਵਾਰ 'ਚ ਨਹੀਂ ਹੁੰਦੀ, ਪਰਵਰਿਸ਼ ਉੱਥੇ ਵੀ ਹੁੰਦੀ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਦੇ ਨਾਲ ਅਸੀਂ ਬੈਠਦੇ ਹਾਂ, ਜਿਸ ਸਕੂਲ ਦੇ ਵਿੱਚ ਅਸੀਂ ਪੜ੍ਹਨ ਜਾਂਦੇ ਹਾਂ, ਜਾਂ ਜਿਸ ਟਿਊਸ਼ਨ ਦੇ ਵਿੱਚ ਅਸੀਂ ਪੜ੍ਹਨ ਜਾਂਦੇ ਹਾਂ। ਪਰਵਰਿਸ਼ ਤਾਂ ਪਰਿਵਾਰ ਤੋਂ ਹੀ ਹੁੰਦੀ ਆ। ਸਭ ਤੋਂ ਪਹਿਲੀ ਪਰਵਰਿਸ਼ ਤਾਂ ਮਾਂ ਹੀ ਕਰਦੀ ਆ। ਇਸ ਵੇਲੇ ਸਾਡੇ ਦੇਸ਼ ਦੀ ਮਾਂ ਨੂੰ ਸਭ ਤੋਂ ਜ਼ਿਆਦਾ ਚੇਂਜ ਆਪਣੇ ਆਪ ਨੂੰ ਕਰਨ ਦੀ ਜ਼ਰੂਰਤ ਹੈ। ਸਾਨੂੰ ਇੱਜ਼ਤ ਨਹੀਂ ਚਾਹੀਦੀ, ਸਾਡੀਆਂ ਲੜਕੀਆਂ ਨੂੰ ਇੱਜ਼ਤ ਨਹੀਂ ਚਾਹੀਦੀ। ਉਹਨਾਂ ਨੂੰ ਇਨਸਾਨ ਦੇ ਬਰਾਬਰ ਇੱਕ ਹਿਊਮਨ ਬੀਇੰਗ ਸਮਝ ਕੇ ਉਹਨਾਂ ਨੂੰ ਟਰੀਟ ਕੀਤਾ ਜਾਵੇ। ਸਾਨੂੰ ਨਹੀਂ ਚਾਹੀਦੀ। ਸਾਨੂੰ ਕਿਉਂ ਐਕਸਟਰਾ ਇੱਜ਼ਤ ਚਾਹੀਦੀ ਹੈ, ਜਦ ਅਸੀਂ ਕਹਿੰਦੇ ਹਾਂ ਕਿ ਔਰਤਾਂ ਤੇ ਮਰਦ ਬਰਾਬਰ ਨੇ। ਦੇਖੋ, ਜਦੋਂ ਸਾਡਾ ਸੰਵਿਧਾਨ ਬਣਿਆ ਸੀ, ਉਦੋਂ ਬਰਾਬਰਤਾ ਮਿਲੀ ਸੀ। ਅਜੇ ਤੱਕ ਤਾਂ ਸਮਝਿਆ ਹੀ ਨਹੀਂ ਲੋਕਾਂ ਨੇ ਸਾਨੂੰ ਬਰਾਬਰ। ਦੂਜੇ ਗ੍ਰੇਡ ਦੇ ਵਿੱਚ ਆਉਂਦੀ ਆ ਔਰਤ ਹਮੇਸ਼ਾ, ਪਹਿਲੇ ਦੇ ਵਿੱਚ ਤਾਂ ਆਉਂਦੀ ਨਹੀਂ ਹੈਗੀ। ਠੀਕ ਹੈ ਨਾ, ਹਜੇ ਤਾਂ ਸਾਨੂੰ ਉਹੀ ਨਹੀਂ ਅਸੀਂ ਅਚੀਵ ਕੀਤਾ। ਅਸੀਂ ਇੱਜ਼ਤ ਲੈ ਕੇ ਇਹਨਾਂ ਤੋਂ ਇੱਦਾਂ ਦੀ ਇੱਜ਼ਤ ਲੈ ਕੇ ਕੀ ਕਰਨੀ ਆ, ਜਿਹੜੀ ਕੰਜਕਾਂ ਲਾ ਕੇ ਤੁਸੀਂ ਪੈਰਾਂ ਨੂੰ ਧੋ ਕੇ ਡਰਾਮੇ ਕਰਦੇ ਨੇ ਲੋਕ, ਜਿਹੜੇ ਇਹ ਜਿੰਨੇ ਕਰਦੇ ਨੇ ਹੈ। ਇੰਨੇ ਜਗਰਾਤੇ ਕਰਾਤੇ, ਡਰਾਮੇਬਾਜ਼ੀਆਂ ਕਰ ਦਿੱਤੀਆਂ ਬੈਠੀਆਂ ਜੀ। ਕੁੜੀਆਂ ਦੇਵੀਆਂ ਹੁੰਦੀਆਂ ਨੇ, ਦੇਵੀਆਂ ਹੁੰਦੀਆਂ ਤੁਸੀਂ ਰੱਖ ਕੇ। ਔਰ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਨਾ, ਉਹਨਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਦੇਖ ਲਓ ਤੁਸੀਂ, ਉਹਨਾਂ ਦੇ ਘਰਾਂ 'ਚ ਨੂੰਹਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਨੂੰ ਟਰੀਟ ਕਰਦੇ ਆ, ਕਿੱਦਾਂ ਰੱਖਦੇ ਆ ਇਹ ਬੈਠੇ। ਔਰ ਕਿੰਨੇ ਬੁਰੇ ਹਾਲ ਨੇ ਸਮਾਜ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਰੋਜ਼ 1-2 ਇੱਦਾਂ ਦੀ ਹਜੇ ਵੀ ਫੋਨ ਕਾਲਸ ਇੱਦਾਂ ਦੀਆਂ ਆ ਜਾਂਦੀਆਂ ਹੁੰਦੀਆਂ ਨੇ। ਵਿਆਹ ਕਰਾਉਂਦੇ ਆ, ਸ਼ੁਰੂ ਤਾਂ ਇੱਥੋਂ ਹੀ ਹੋ ਜਾਂਦਾ। ਉਹ ਮਾਂ ਕੀ ਕਰੂਗੀ ਦੱਸੋ? ਲੜਕੀ ਦਾ ਵਿਆਹ ਹੁੰਦਾ,
ਵਿਆਹ ਤੋਂ ਬਾਅਦ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਜਾਂਦੀ ਆ। ਉਹ ਆਪਣੇ ਆਪ ਹੀ ਕਹਿਣ ਲੱਗ ਜਾਂਦੀ ਮੇਰੇ ਲੜਕਾ ਹੋਣਾ ਚਾਹੀਦਾ ਜੀ, ਮੇਰੇ ਲੜਕੀ ਨਹੀਂ ਹੋਣੀ ਚਾਹੀਦੀ, ਕਿਉਂਕਿ ਲੜਕੀ ਹੋਊਗੀ ਤਾਂ ਮੇਰੇ ਵਰਗਾ ਉਹਦੇ ਨਾਲ ਬਿਹੇਵੀਅਰ ਹੋਊਗਾ। ਅੱਜ ਸਾਡੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਆ ਮਾਂ ਆਪਣੇ ਆਪ ਨੂੰ ਬਦਲੇ, ਆਪਣੇ ਆਪ ਨੂੰ ਬਦਲ ਕੇ ਜੋ ਉਹ ਆਪਣੇ ਆਪ ਨੂੰ ਦੇਖਣਾ ਚਾਹੁੰਦੀ ਸੀ ਵੀ ਮੈਂ ਇਸ ਤਰ੍ਹਾਂ ਨਾਲ ਜੀਵਾਂ, ਉਹ ਆਪਣੀ ਲੜਕੀ ਨੂੰ ਵੀ ਜਾਂ ਜਿੱਦਾਂ ਮੇਰੇ ਨਾਲ ਕੋਈ ਲੜਕਾ ਜਾਂ ਜਿਹੜਾ ਮੇਲ ਪਰਸਨ ਆ ਬਿਹੇਵ ਕਰੇ, ਉਹ ਆਪਣੇ ਲੜਕੇ ਨੂੰ ਸਿਖਾਵੇ। ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਧੀਆਂ ਮੋਢੇ ਨਾਲ ਮੋਢਾ ਲਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਕੁੜੀਆਂ ਪੜ੍ਹਨ ਵੀ ਜਾਂਦੀਆਂ ਨੇ ਬਾਹਰ, ਕੁੜੀਆਂ ਜੌਬ ਵੀ ਕਰਦੀਆਂ ਨੇ, ਉੱਥੇ ਵੀ ਇਨਸਿਕਿਉਰਿਟੀ ਹੈ। ਜੇ ਕਿਸੇ ਦਫ਼ਤਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅੱਖਾਂ ਦੇ ਨਾਲ ਵੀ ਦੁਸ਼ਕਰਮ ਹੋ ਜਾਂਦਾ ਹੈ, ਉੱਥੇ ਵੀ ਇਨਸਿਕਿਉਰਿਟੀ ਹੈ, ਫਿਰ ਜਾਣ ਕਿੱਥੇ? ਜਾਣਗੀਆਂ ਤਾਂ ਉੱਥੇ ਹੀ, ਜਾਣਾ ਤਾਂ ਬੰਦ ਨਹੀਂ ਕਰਾਂਗੇ ਅਸੀਂ ਵੀ ਆਪਣੀਆਂ ਕੁੜੀਆਂ ਦਾ, ਜਾਣਾ ਤਾਂ ਨਹੀਂ ਬੰਦ ਕਰਾਂਗੇ। ਬੱਚਿਆਂ ਨੂੰ ਇਹ ਸਿਖਾਵਾਂਗੇ ਵੀ ਤੁਸੀਂ ਅੱਖਾਂ ਨੂੰ ਕੱਢਣਾ ਕਿਵੇਂ, ਇਹ ਸਿੱਖ ਲਓ। ਅਸੀਂ ਤਾਂ ਇਹੀ ਸਿਖਾਵਾਂਗੇ ਆਪਣੇ ਬੱਚਿਆਂ ਨੂੰ ਬੈਠੇ। ਜਦੋਂ ਲੜਕੀਆਂ ਜਵਾਬ ਦੇਣਾ ਸ਼ੁਰੂ ਕਰ ਦੂਗੀਆਂ ਉਦੋਂ ਹੀ ਇਹ ਚੀਜ਼ ਰੁਕੂਗੀ, ਔਰ ਜਦੋਂ ਉਹਨਾਂ ਨੂੰ ਆਪਣੇ ਆਪ 'ਤੇ ਸੈਲਫ ਕੌਨਫੀਡੈਂਸ ਔਰ ਸੈਲਫ ਡਿਫੈਂਸ ਉਹਨਾਂ ਨੂੰ ਆ ਜੂਗੀ, ਉਦੋਂ ਇਹ ਚੀਜ਼ ਨੂੰ ਰੋਕ। ਦੁਸ਼ਕਰਮ ਹੁੰਦੇ ਰਹਿੰਦੇ ਨੇ, ਅਸੀਂ ਕੈਂਡਲ ਮਾਰਚ ਕੱਢ ਲੈਂਦੇ ਹਾਂ, 4 ਖਬਰਾਂ ਲੱਗ ਜਾਂਦੀਆਂ ਨੇ, ਦੋਸ਼ੀਆਂ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲੱਗ ਜਾਂਦੇ ਨੇ, 2 ਦਿਨ ਬਾਅਦ 3 ਦਿਨ ਬਾਅਦ ਫਿਰ ਉਹੀ ਸੇਮ ਖਬਰ ਸਾਹਮਣੇ ਆ ਜਾਂਦੀ ਹੈ, 2-3 ਦਿਨ ਬਾਅਦ ਫਿਰ ਕਿਸੇ ਬੱਚੀ ਦੇ ਨਾਲ, ਕਿਸੇ ਧੀ ਦੇ ਨਾਲ ਦੁਸ਼ਕਰਮ ਹੋ ਰਿਹਾ। ਮੈਡਮ ਜਦੋਂ ਨਿਰਭਇਆ ਕਾਂਡ ਹੋਇਆ ਸੀ ਨਾ, ਮੈਂ ਡਿਸਟ੍ਰਿਕਟ ਦੇ ਵਿੱਚ ਜਾ ਕੇ ਡੀਓ ਨੂੰ ਇਹ ਦਿੱਤਾ ਸੀ, ਮੈਂ ਕਿਹਾ ਅਸੀਂ ਫ੍ਰੀ ਆਫ ਕਾਸਟ ਸਾਰਿਆਂ ਨੂੰ ਕਰਾਟੇ ਸਿਖਾਵਾਂਗੇ, ਤੁਸੀਂ ਸਾਨੂੰ ਪੂਰੇ ਦਾ ਪੂਰਾ ਹੀਲ ਲੈ ਦਿਓ। ਅਸੀਂ ਕੁਝ ਮੰਗਦੇ ਨਹੀਂ ਸੀ ਉਹਨਾਂ ਦੇ ਕੋਲੋਂ, ਹਫ਼ਤੇ ਦੇ 2 ਦਿਨ। ਲੜਕੀਆਂ ਨੂੰ ਸੈਲਫ ਡਿਫੈਂਸ ਸਿਖਾਈ ਜਾਵੇ, ਲੜਕੀਆਂ ਨੂੰ ਅਵੇਅਰ ਕੀਤਾ ਜਾਵੇ, ਕਿਹੜਾ ਬੰਦਾ ਤੁਹਾਡੇ ਵਾਸਤੇ ਚੰਗੀ ਤਰ੍ਹਾਂ ਨਾਲ ਸੋਚਦਾ, ਕਿਹੜਾ ਕਿਸ ਤਰ੍ਹਾਂ ਨਾਲ ਤੁਹਾਨੂੰ ਦੇਖਦਾ, ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਕਰਨਾ। ਇਹ ਸਾਡੀ ਐਜੂਕੇਸ਼ਨ ਦਾ ਮੇਜਰ ਪਾਰਟ ਹੋਣਾ ਚਾਹੀਦਾ। ਇਹ ਹੈ ਹੀ ਨਹੀਂ, ਮੇਜਰ ਤਾਂ ਕੀ ਹੈ, 5% ਵੀ ਹੈ ਨਹੀਂਗਾ। ਸਿਰਫ ਸਰਟੀਫਿਕੇਟਾਂ ਦੇ ਨਾਲ ਇੱਥੇ ਐਜੂਕੇਸ਼ਨ ਨੂੰ ਤੋਲਿਆ ਜਾਂਦਾ, ਬੰਦੇ ਨੂੰ ਪ੍ਰੈਕਟੀਕਲ ਬਿਹੇਵੀਅਰ ਹੈ ਕਿ ਨਹੀਂ ਹੈ ਉਹਦਾ ਕੋਈ ਮਤਲਬ ਨਹੀਂ ਹੈਗਾ। 10ਵੀਂ ਪਾਸ ਕਰ ਲਈ ਤਾਂ ਤੁਸੀਂ ਕੁਆਲੀਫਾਈਡ ਹੋ ਗਏ, +2 ਕਰ ਲਿਆ, BA ਕਰ ਲਈ। ਸਾਡਾ ਜਿਹੜਾ ਸਾਰੇ ਦਾ ਸਾਰਾ ਸਿਸਟਮ ਆ ਉਹ ਪੂਰੇ ਦਾ ਪੂਰਾ ਦੇਖੋ 100 ਸਾਲ ਪੁਰਾਣਾ ਚੱਲੀ ਜਾਂਦਾ। ਮੈਕਾਲੇ ਦੇ ਟਾਈਮ ਦੀ ਜਿਹੜੀ ਉਹ ਐਜੂਕੇਸ਼ਨ ਪੋਲਿਸੀ ਚੱਲੀ ਜਾਂਦੀ ਹੈਗੀ ਆ। ਪ੍ਰੈਕਟੀਕਲ ਐਜੂਕੇਸ਼ਨ ਤਾਂ ਹੈ ਹੀ ਨਹੀਂ, ਕਿ ਸਾਡੇ ਬੱਚਿਆਂ ਨੂੰ ਆਉਂਦਾ ਹੀ ਨਹੀਂ। MBA ਕਰਕੇ ਬੱਚਿਆਂ ਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ MBA ਦੇ ਵਿੱਚ ਕੀ ਕਰਨਾ। BTech ਕੰਪਿਊਟਰ ਦੀ ਕੀਤੀ ਹੁੰਦੀ, ਉਹਨਾਂ ਨੂੰ ਵਿੰਡੋ ਨਹੀਂ ਲੋਡ ਕਰਨੀ ਆਉਂਦੀ ਹੁੰਦੀ, ਹਾਰਡਵੇਅਰ ਦੇ ਵਿੱਚ, ਸੌਫਟਵੇਅਰ ਦੇ ਵਿੱਚ। ਕੰਪਿਊਟਰ ਕੀਤਾ ਬੱਚਾ ਬੇਸਿਕ ਨਹੀਂ ਚੰਗੀ ਤਰ੍ਹਾਂ ਦੇ ਨਾਲ ਜਾਣਦਾ। ਸਭ ਤੋਂ ਜ਼ਿਆਦਾ ਇਸ ਵੇਲੇ ਜ਼ਰੂਰਤ ਤਾਂ ਉਹ ਐਜੂਕੇਸ਼ਨ ਦੀ ਆ, ਚਾਹੇ ਉਹ ਸੈਕਸੁਅਲ ਐਜੂਕੇਸ਼ਨ ਹੋਵੇ, ਚਾਹੇ ਤੁਹਾਡੀ ਜਿਹੜੀ ਆ ਵਿਵਹਾਰਕ ਐਜੂਕੇਸ਼ਨ ਹੋਵੇ। ਔਰ ਉਸ ਤੋਂ ਵੀ ਜ਼ਿਆਦਾ ਮਾਵਾਂ ਨੂੰ ਐਜੂਕੇਟ, ਜੇ ਅਗਰ ਸਾਡੀ ਗੌਰਮੈਂਟ ਸਾਰੇ ਪ੍ਰੋਜੈਕਟ ਛੱਡ ਕੇ ਨਾ ਬੇਟੀ ਬਚਾਓ ਬੇਟੀ, ਇਹਦੀ ਲੋੜ ਨਹੀਂ ਹੈ ਇਸ ਵੇਲੇ। ਇਹਦਾ ਡਰਾਮਾ ਕੀਤਾ ਹੋਇਆ। ਮੈਂ ਪਹਿਲਾਂ ਵੀ ਇਸ ਚੀਜ਼ ਦਾ ਮੁੱਦਾ ਉਠਾਇਆ ਸੀ ਵੀ ਬੇਟੀ ਬਚਾਓ ਬੇਟੀ ਪੜ੍ਹਾਓ। ਬੇਟੀ ਨੂੰ ਕਿਉਂ ਤੁਸੀਂ ਕਹਿੰਦੇ ਆ? ਬੇਟੀ ਨੂੰ ਕੀ ਪਤਾ, ਉਹ ਤਾਂ ਪੈਦਾ ਹੋ ਗਈ ਬੱਚਾ, ਉਹਨੂੰ ਕੀ ਪਤਾ। ਤੁਸੀਂ ਮਾਂ ਨੂੰ ਅਵੇਅਰ ਕਰੋ ਤਾਂ ਨਾ, ਮਾਂ ਨੂੰ ਐਜੂਕੇਟ ਕਰੋ, ਤੁਸੀਂ ਮਾਂ ਨੂੰ ਪੜ੍ਹਾਓ ਵੀ ਤੂੰ ਆਪਣੇ ਬੱਚੇ ਕਿੱਦਾਂ ਦੇ ਕਰਨੇ ਆ। ਤੁਸੀਂ ਮਾਂ ਦੇ ਪ੍ਰੋਜੈਕਟ ਦੇ ਉੱਤੇ ਕੰਮ ਕਰੋਗੇ, ਕਰਕੇ ਦੇਖ ਲਓ ਕਿੰਨਾ ਚੇਂਜ ਆਉਂਦੀ ਆ। ਔਰ ਮਾਵਾਂ ਦੇ ਲਈ ਤਾਂ ਕੋਈ ਸਿਕਿਉਰਿਟੀ ਨਹੀਂ ਹੈਗੀ ਵਿਚਾਰੀਆਂ ਦੇ ਲਈ। ਜੇ ਲੜਾਈਆਂ ਹੁੰਦੀਆਂ ਘਰ ਦੇ ਵਿੱਚ ਤਾਂ ਮਾਵਾਂ ਤਾਂ ਜਦੋਂ ਧੀ ਨੂੰ ਘਰੋਂ ਤੋਰਦੀਆਂ ਨੇ ਵਿਆਹ ਕੇ, ਉਹ ਤਾਂ ਪਹਿਲੇ ਹੀ ਇਹ ਸਿਖਾ ਕੇ ਤੋਰਦੀਆਂ ਕਿ ਚੁੱਪ ਰਹਿਣਾ ਸਿੱਖ ਲੈ, ਇੱਕ ਚੁੱਪ 100 ਸੁੱਖ। ਪਰ ਜਿਹੜੀਆਂ ਮਾਵਾਂ ਅਵੇਅਰ ਨੇ ਉਹ ਨਹੀਂ ਇਹ ਕਹਿੰਦੀਆਂ। ਜਿਹੜੀਆਂ ਇਹ ਕਹਿੰਦੀਆਂ ਵੀ ਨੇ ਵੀ ਉਹ ਵੀ ਇਸ ਕਰਕੇ ਕਹਿੰਦੀਆਂ ਜਿਹੜਾ ਉਹਨਾਂ ਦਾ ਐਟਮੋਸਫੇਅਰ ਹੁੰਦਾ ਆ, ਜਾਂ ਜਿਹੜਾ ਜੋ ਉਹਨਾਂ ਦੇ ਨਾਲ ਬਿਹੇਵੀਅਰ ਹੋ ਚੁੱਕਾ ਹੋਇਆ ਆ, ਜੋ ਉਹਨਾਂ ਦੇ ਨਾਲ ਵਰਤਾਰਾ ਹੋਇਆ ਸਮਾਜ ਦੇ ਵਿੱਚ, ਉਹਨੂੰ ਦੇਖਦੇ ਹੋਏ ਕਹਿੰਦੀਆਂ ਵੀ ਤੇਰਾ ਐਂਡ ਦਾ ਜਾ ਕੇ ਇਹੀ ਆ ਵੀ ਘਰ ਵਾਲੇ ਦੇ ਨਾਲ ਰਹਿ। ਜੇ ਤੂੰ ਇਕੱਲੀ ਰਹੂੰਗੀ ਤਾਂ ਨਹੀਂ ਤੈਨੂੰ ਸਮਾਜ ਨੇ ਰਹਿਣ ਦੇਣਾ। ਜੇ ਤੂੰ ਘਰ ਛੱਡ ਕੇ ਆਉਂਗੀ ਤਾਂ ਨਹੀਂ ਤੂੰ ਇੱਥੇ ਰਹਿ ਸਕਦੀ ਪੇਕਿਆਂ ਦੇ ਵਿੱਚ। ਮਾਂ ਨੂੰ ਕੀ ਕਹਿਣਾ ਚਾਹੀਦਾ, ਤੁਹਾਨੂੰ ਕੀ ਲੱਗਦਾ? ਮਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ। ਮਾਂ ਨੂੰ ਪਹਿਲਾਂ ਆਪਣੀ ਕੁੜੀ ਨੂੰ ਪੈਰਾਂ 'ਤੇ ਖੜੀ ਕਰਨਾ ਚਾਹੀਦਾ ਵੀ ਜੇ ਤੂੰ ਇਕੱਲੀ ਨੇ ਵੀ ਰਹਿਣਾ ਤਾਂ ਤੂੰ ਆਪਣਾ ਕਮਾ ਕੇ ਖਾ ਸਕਦੀ ਹੋਵੇਂ। ਤੈਨੂੰ ਇਹ ਨਾ ਹੋਵੇ ਕਿ ਤੂੰ ਆਪਣੇ ਪੇਕਿਆਂ ਵਿੱਚ ਵਾਪਸ ਆਉਣਾ, ਜਾਂ ਤੂੰ ਘਰ ਵਾਲੇ ਵੱਲ ਨੂੰ ਦੇਖਣਾ ਕਿ ਮੈਨੂੰ ਰੋਟੀ ਲਈ 2000 ਰੁਪਇਆ 3000 ਰੁਪਇਆ ਮਹੀਨਾ ਦੇਵੇ। ਉਹ ਇੰਡੀਪੈਂਡੈਂਟ ਹੋਵੇ। ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਫਰੀडम ਜ਼ਰੂਰੀ ਆ ਕੁੜੀਆਂ ਵਾਸਤੇ, ਬਾਕੀ ਚੀਜ਼ਾਂ ਬਾਅਦ ਦੇ ਵਿੱਚ। ਠੀਕ ਹੈ, ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ। ਪਰ ਮੇਰਾ ਸਵਾਲ ਇਹ ਹੈ ਕਿ ਜਿਹੜੀਆਂ ਛੋਟੀਆਂ ਬੱਚੀਆਂ ਦੇ ਨਾਲ ਦੁਸ਼ਕਰਮ ਹੋ ਰਿਹਾ ਹੈ, ਇਹ ਕਦੋਂ ਰੁਕਣਗੇ ਤੇ ਕਿਸ ਤਰ੍ਹਾਂ ਰੁਕਣਗੇ? ਇਹ ਇਸ ਤਰ੍ਹਾਂ ਨਹੀਂ ਰੁਕ ਸਕਦੇ ਜਿਸ ਤਰ੍ਹਾਂ ਨਾਲ ਸਾਡੀਆਂ ਗੌਰਮੈਂਟਾਂ ਲੱਗੀਆਂ ਹੋਈਆਂ ਨੇ। ਜਦ ਤੱਕ ਉਹ ਗੁੰਡਿਆਂ ਨੂੰ ਪ੍ਰੋਟੈਕਟ ਕਰਦੀਆਂ ਰਹਿਣਗੀਆਂ ਉਦੋਂ ਤੱਕ ਨਹੀਂ ਰੁਕਣੇ ਹੈਗੇ। ਇਹ ਗੁੰਡਿਆਂ ਨੂੰ ਜਾਂ ਤਾਂ ਸਮਾਜ ਆਇਡੈਂਟੀਫਾਈ ਕਰੇ, ਸਾਡਾ ਸਮਾਜ ਵੀ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰਦਾ। ਹੁਣ ਜੇ ਮੈਨੂੰ ਵੀ ਪਤਾ ਨਾ ਵੀ ਮੇਰੇ ਘਰ ਦੇ ਸਾਹਮਣੇ ਕੋਈ ਗੁੰਡਾ ਰਹਿੰਦਾ ਤਾਂ ਆਪਾਂ ਵੀ ਸੋਚੀਦਾ ਆਪਾਂ ਕੀ ਲੈਣਾ ਦੇਣਾ, ਆਪਾਂ ਨੂੰ ਕੀ ਕਹਿੰਦਾ ਵੀ ਆਪਾਂ ਦੁਸ਼ਮਣੀ ਕਿਉਂ? ਹਾਂ, ਆਪਾਂ ਨੂੰ ਥੋੜੀ ਕੁਝ ਵੀ ਕਹਿੰਦਾ, ਆਪਾਂ ਕੀ ਕਰਨਾ। ਉਹੀ ਬੰਦਾ ਜਾ ਕੇ ਦੂਸਰੇ ਮਹੱਲੇ ਦੇ ਵਿੱਚ ਜਾ ਕੇ ਕਿਸੇ ਨਾਲ ਕੁਝ ਕਰ ਦਿੰਦਾ ਜਾ ਕੇ। ਇਹੋ ਜਿਹੇ ਜਿਹੜੇ ਤੱਤਵ ਹੈਗੇ ਆ, ਇਹੋ ਜਿਹੇ ਜਿਹੜੇ ਆਨਸਰ ਹੈਗੇ, ਉਹਨਾਂ ਨੂੰ ਆਇਡੈਂਟੀਫਾਈ ਕਰਕੇ, ਗੱਲ ਫੇਰ ਉੱਥੇ ਹੀ ਆ ਗਈ। ਆਇਡੈਂਟੀਫਾਈ ਕਰਕੇ ਤੁਸੀਂ ਜਾਓਗੇ ਕਿੱਥੇ? ਅਸੀਂ ਜਾਵਾਂਗੇ ਕਿੱਥੇ? ਥਾਣੇ 'ਚ, ਕਚਹਿਰੀਆਂ 'ਚ, SSP ਦੇ ਕੋਲ। SSP ਦੇ ਕੋਲ ਜਾਂਦੇ, ਹਾਈ ਕੋਰਟ ਜਾਂਦੇ, ਹਾਈ ਕੋਰਟ ਤੋਂ ਫਿਰ ਮਾਰਕ ਹੋ ਕੇ ਆ ਜਾਂਦੀ ਹੈ ਡਿਸਟ੍ਰਿਕਟ ਦੇ ਕਮਿਸ਼ਨਰ ਨੂੰ, ਉਹ ਫਿਰ ਅੱਗੇ ਥਾਣੇ ਦੇ ਵਿੱਚ ਭੇਜ ਦਿੰਦਾ।
ਸਾਡੇ ਕੋਲ ਸਾਈਬਰ ਕ੍ਰਾਈਮ ਦੇ ਕਿੰਨੇ ਕੇਸ ਆਉਂਦੇ ਰਹਿੰਦੇ ਆ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਲੋ ਸਾਡੇ ਨਾਲ ਖੁਦ ਨਾਲ ਸਾਈਬਰ ਫਰਾਡ ਹੋਇਆ ਸੀ, ਅੱਜ ਤੱਕ ਸਾਡਾ ਪਰਚਾ ਨਹੀਂ ਦਰਜ ਕੀਤਾ। ਉੱਥੇ ਜਾਓ, ਜਾ ਕੇ ਕਰਦੇ ਆ ਜੀ, ਦੇਖਦੇ ਆ ਜੀ, ਫਲਾਨਾ ਹੈ, ਸਾਹਮਣੇ ਪ੍ਰੂਫ ਪਏ ਹੁੰਦੇ ਆ, ਉਸ ਦੇ ਬਾਵਜੂਦ ਨਹੀਂ ਉਹ ਐਕਸ਼ਨ ਲੈਂਦੇ। ਸਭ ਤੋਂ ਜ਼ਿਆਦਾ ਤਾਂ ਪਹਿਲਾਂ ਪ੍ਰਸ਼ਾਸਨ ਨੂੰ ਇਸ ਬਦਲੇ ਬਦਲਣ ਦੀ ਲੋੜ ਆ। ਜੇ ਗੁੰਡਿਆਂ ਤੱਤਵਾਂ ਦੇ ਉੱਤੇ ਇਹਨਾਂ ਦੇ ਜਿਹੜੇ ਛੋਟੇ ਬੱਚਿਆਂ ਨਾਲ ਰੇਪ ਹੋ ਰਹੇ ਨੇ, ਚਾਹੇ ਵੱਡਿਆਂ ਨਾਲ ਵੀ ਹੋ ਰਹੇ, ਚਾਹੇ ਕਿਸੇ ਨਾਲ ਵੀ ਹੋ ਰਹੇ, ਕਿਉਂ ਹੋ ਰਹੇ ਆ? ਇਹ ਜ਼ਰੂਰੀ ਤਾਂ ਨਹੀਂ ਹੈ ਵੀ ਛੋਟਿਆਂ ਨਾਲ ਨਾ ਹੋਣ ਤਾਂ ਵੱਡਿਆਂ ਨਾਲ ਹੋਣ, ਕਿਉਂ ਹੋਣ? ਇਹਦੇ ਲਈ ਪ੍ਰਸ਼ਾਸਨ ਨੂੰ ਬਦਲਣ ਦੀ ਲੋੜ ਆ। ਇਹ ਇੱਦਾਂ ਨਹੀਂ ਬਦਲਣਾ ਜਦੋਂ ਤੱਕ ਅਸੀਂ ਗੁੰਡੇ ਲੋਕਾਂ ਨੂੰ ਸਮਾਜ ਦੇ ਵਿੱਚ ਅਹੁਦੇਦਾਰੀਆਂ ਦਿੰਦੇ ਰਵਾਂਗੇ, ਉਦੋਂ ਤੱਕ ਨਹੀਂ ਹਟਣਾ। ਜਦੋਂ ਤੱਕ ਅਸੀਂ MLA ਕੌਂਸਲਰ ਆਪਣੇ ਗੁੰਡੇ ਲੋਕ ਬਣਾਉਣੇ ਆ, ਉਦੋਂ ਤੱਕ ਇੱਦਾਂ ਹੀ ਹੋਊਗਾ। ਤੁਸੀਂ ਹੁਣੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲੇ ਕੋਈ ਗੱਲ ਕਰ ਰਹੇ ਸੀ ਕਿ ਜਿਹੜੀਆਂ ਫੀਮੇਲ ਕਾਉਂਸਲਰ ਹੁੰਦੀਆਂ ਨੇ ਉਹ ਡਿਜ਼ਰਵ ਨਹੀਂ ਕਰਦੀਆਂ ਹੁੰਦੀਆਂ। ਤੁਸੀਂ ਹਾਂ, ਬਿਲਕੁਲ ਨਹੀਂ ਡਿਜ਼ਰਵ ਕਰਦੀਆਂ। ਉਹਨਾਂ ਨੇ ਤਾਂ ਕਦੇ ਘਰੋਂ ਨਿਕਲ ਕੇ ਦੇਖਿਆ ਹੀ ਨਹੀਂ ਹੁੰਦਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ। ਉਹਨੂੰ ਪਤਾ ਹੀ ਨਹੀਂ ਕਾਉਂਸਲਰ ਦਾ ਪਰਪਸ ਕੀ ਹੁੰਦਾ। ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਨੂੰ ਗ੍ਰਾਂਟ ਕਿੰਨੀ ਆਉਂਦੀ ਆ। ਉਹਨਾਂ ਨੂੰ ਇਹ ਵੀ ਨਹੀਂ ਪਤਾ ਸਾਡੇ ਘਰ ਵਾਲੇ ਇਹ ਗ੍ਰਾਂਟਾਂ ਦਾ ਕੀ ਕਰਦੇ ਆ, ਕਿੱਥੋਂ ਖਾਂਦੇ ਆ ਪੈਸੇ, ਕਿੱਥੇ ਵਰਤਦੇ ਨੇ, ਕਿੱਥੇ ਯੂਜ਼ ਕਰਦੇ ਆ। ਉਹ ਤਾਂ ਘਰੇ ਬੈਠੀਆਂ ਹੁੰਦੀਆਂ ਨੇ ਜਿਹੜੇ, ਕਿਉਂਕਿ ਉਹਨਾਂ ਦੀ ਪੋਲੀਟੀਕਲੀ ਐਸੋਸੀਏਸ਼ਨ ਸਟਰੋਂਗ ਹੋਣ ਦੇ ਕਰਕੇ ਉਹ ਉਹਨਾਂ ਨੂੰ ਟਿਕਟਾਂ ਲਿਆ ਦਿੰਦੇ ਆ। ਹੁਣ ਸਾਡੇ ਪੰਜਾਬ ਦੇ ਵਿੱਚ 50% ਜਿਹੜੀ ਰਿਜ਼ਰਵੇਸ਼ਨ ਕੀਤੀ ਸੀ ਔਰਤਾਂ ਵਾਸਤੇ, ਹੁਣ 50 ਔਰਤਾਂ ਦੇ ਵਿੱਚੋਂ ਤੁਸੀਂ ਆਪ ਦੇਖ ਲਓ, ਲੁਧਿਆਣੇ ਦੇ ਵਿੱਚੋਂ ਦੀ ਕਿੰਨੀਆਂ ਔਰਤਾਂ ਐਕਟਿਵਲੀ ਜਿਹੜੀਆਂ ਉਹ ਆਪ, ਕਿਸੇ ਨੂੰ ਦੇਖਿਆ ਕਦੇ ਸੜਕ ਬਣਵਾਉਂਦੇ ਹੋਏ ਖੜੀ ਹੋਈ ਨੂੰ, ਕਿਸੇ ਨੂੰ ਕਿਸੇ ਪ੍ਰੋਜੈਕਟ 'ਤੇ ਕੰਮ ਕਰਦੀ ਦੇਖਿਆ? ਜੇ ਵੱਧ ਤੋਂ ਵੱਧ ਦੇਣੀ ਹੁੰਦੀ ਹੈ ਤਾਂ ਪ੍ਰੈਸ ਰਿਲੀਜ਼ ਇੱਕ ਫੋਟੋ ਲਾ ਕੇ ਦੇਣੀ ਹੁੰਦੀ ਆ ਉਹਨਾਂ ਨੇ, ਉਹ ਵੀ ਉਹਦੇ ਘਰ ਵਾਲੇ ਬਣਾ ਕੇ ਲੈ ਕੇ ਆਉਂਦੇ ਆ, ਉਹ ਵੀ ਨਹੀਂ ਉਹਨਾਂ ਨੂੰ ਪਤਾ ਹੁੰਦਾ ਕੀ ਲਿਖਿਆ ਹੋਇਆ ਵਿੱਚ। ਉਹਨਾਂ ਨੂੰ, ਉਹ ਖੁਦ ਉਸ ਚੀਜ਼ ਦਾ ਸ਼ਿਕਾਰ ਰਹੀਆਂ ਹੋਈਆਂ ਨੇ, ਡਿਸਕ੍ਰਿਮੀਨੇਸ਼ਨ ਦਾ, ਔਰ ਅੱਜ ਪੋਲੀਟੀਕਲੀ ਬੈਨੀਫਿਟ ਲੈਣ ਲਈ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਦੇ ਨਾਂ ਅੱਗੇ ਕਰ ਦਿੱਤੇ, ਜਿਹੜੀਆਂ ਸਮਾਜ ਦੇ ਵਿੱਚ ਕੰਮ ਕਰਦੀਆਂ ਨੇ, ਤਾਂ ਕਿ ਉਹ ਔਰਤਾਂ ਅੱਗੇ ਨਾ ਆਉਣ, ਸਾਡੀਆਂ ਹੀ ਘਰ ਵਾਲੀਆਂ। ਤੇ ਜੇ ਆਦਮੀਆਂ ਦੀ ਸੀਟ ਹੋਵੇ ਤਾਂ ਅਸੀਂ, ਜੇ ਔਰਤਾਂ ਦੀ ਆ ਤਾਂ ਉਹ, ਮਤਲਬ ਉਹਨੇ ਹੱਥਾਂ ਦੇ ਵਿੱਚ ਹੀ ਸੱਤਾ ਜਿਹੜੀ ਆ, ਦਾਇਰਾ ਜਿਹੜਾ ਉਹਨਾਂ ਕੀ ਰੱਖਿਆ। ਹਾਂ, ਨਵੇਂ ਬੰਦੇ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ। ਪੜ੍ਹਿਆ ਲਿਖਿਆ ਜਿਹੜਾ ਜਾਗਰੂਕ ਬੰਦਾ, ਉਹਨੂੰ ਐਂਟਰ ਨਹੀਂ ਕਰਨ ਦੇ ਰਹੇ ਪੋਲੀਟੀਕਲ ਜਿੰਨੇ ਵੀ ਲੋਕ ਹੈਗੇ ਆ, ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਕਾਂਗਰਸ ਆ, ਚਾਹੇ BJP ਆ, ਕੋਈ ਵੀ ਆ, ਜਿਹੜਾ ਉਹਨਾਂ ਨਾਲ ਐਸੋਸੀਏਟਡ ਹੋਊਗਾ ਉਹਨੂੰ ਹੀ ਪ੍ਰਮੋਟ ਕਰਨਗੇ। ਮੈਂ ਥੋੜੇ ਦਿਨ ਦੀ ਬਹੁਤ ਵਾਰ ਪੜ੍ਹ ਚੁੱਕੀ ਹਾਂ ਕਿ ਉਹ ਜਿਹੜੀ 20 ਸਾਲ ਦੀ ਕੁੜੀ ਜਿਸ ਦੇ ਨਾਲ ਦੁਸ਼ਕਰਮ ਹੋਇਆ ਹੈ, ਉਹ ਇੱਕ ਦਲਿਤ ਪਰਿਵਾਰ ਦੀ ਧੀ ਸੀ, ਤੇ ਉਹ ਜਿਹੜੇ 4 ਮੁੰਡਿਆਂ ਨੇ ਦੁਸ਼ਕਰਮ ਕੀਤਾ ਉਹ ਹਾਇਰ ਕਾਸਟ। ਇਹ ਬਾਰ-ਬਾਰ ਮੈਂਸ਼ਨ ਕੀਤਾ ਜਾ ਰਿਹਾ। ਇਹ ਸਾਡੇ ਸਮਾਜ ਨੂੰ ਨਾ ਡਿਵਾਈਡ ਕਰਨ ਵਾਸਤੇ ਕੀਤਾ ਜਾ ਰਿਹਾ, ਡਿਸਕ੍ਰਿਮੀਨੇਸ਼ਨ ਜ਼ਿਆਦਾ ਫੈਲਾਉਣ ਵਾਸਤੇ, ਸਮਾਜ ਦੇ ਵਿੱਚ ਜਿਹੜੀ ਕਲਾਸਾਂ ਹੈਗੀਆਂ ਨੇ ਉਹਨਾਂ ਨੂੰ ਜ਼ਿਆਦਾ ਵੰਡਣ ਵਾਸਤੇ। ਇਹ ਪੋਲੀਟੀਕਲ ਪਾਰਟੀਆਂ ਆਪਣੇ ਫਾਇਦੇ ਵਾਸਤੇ ਇਹ ਵਰਡ ਯੂਜ਼ ਕਰਦੀਆਂ। ਜੇ ਦਲਿਤ ਸੀਗੀ ਜਾਂ ਉਹ ਹਾਈ ਕਲਾਸ ਦੇ ਨੇ, ਤੇ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਜੇ ਦਲਿਤ ਸੀ ਉਹਦੇ ਨਾਲ ਦੁਸ਼ਕਰਮ ਹੋ ਗਿਆ ਤੇ ਉਹਦੇ ਲਈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਜੇ ਹਾਈ ਕਲਾਸ ਦੀ ਕੁੜੀ ਹੋਵੇ ਤਾਂ ਉਹਦੇ ਲਈ ਸਜ਼ਾ ਨਾ ਦਿੱਤੀ ਜਾਵੇ। ਪਰਿਵਾਰ ਇਹੀ ਦੋਸ਼ ਲਗਾ ਰਿਹਾ ਕਿ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ। ਪਹਿਲਾਂ ਤਾਂ ਸਾਡੀ ਗੱਲ ਹੀ ਨਹੀਂ ਸੁਣੀ ਗਈ ਸੀ, ਥਾਣੇ ਦੇ ਵਿੱਚ ਰਿਪੋਰਟ ਨਹੀਂ ਲਿਖੀ ਗਈ। ਰਿਪੋਰਟ ਸਿਰਫ ਜਿਸ ਤਰ੍ਹਾਂ ਬੱਚੀ ਦੇ ਨਾਲ ਦੁਸ਼ਕਰਮ ਹੋਇਆ ਉਸ ਤੋਂ ਬਾਅਦ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਸਿਰਫ ਇੰਨੀ ਕੁ ਰਿਪੋਰਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਉਸ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਦੁਸ਼ਕਰਮ ਨੂੰ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦਾ ਕੰਮ ਤਾਂ ਪੁਲਿਸ ਜਿਹੜੀ ਆ ਉਹ ਹਾਈ ਕਲਾਸ ਦੇ ਲੋਕਾਂ ਨਾਲ ਵੀ ਕਰਦੀ ਆ। ਜ਼ਰੂਰੀ ਤਾਂ ਨਹੀਂ ਉਹ ਦਲਿਤ, ਪੁਲਿਸ ਦਾ ਇੱਕ ਰਵੱਈਆ ਬਣ ਚੁੱਕਾ ਹੋਇਆ ਵੀ ਉਹਨਾਂ ਨੇ, ਚਾਹੇ ਉਹ ਕਿਸੇ ਵੀ ਕਲਾਸ ਦੇ ਗੁੰਡੇ ਹੋਣ, ਉਹਨਾਂ ਨੇ ਉਹਨਾਂ ਨੂੰ ਦਬਾਉਣਾ ਹੀ ਆ, ਉਹਨਾਂ ਨੇ ਉਹਨਾਂ ਨੂੰ ਬਚਾਉਣਾ ਹੀ ਆ, ਚਾਹੇ ਉਹ ਕਿਸੇ ਵੀ ਕਾਸਟ ਦੇ ਆ, ਕਿਸੇ ਵੀ ਜਾਤ ਦੇ ਆ, ਕਿਸੇ ਵੀ ਜਗ੍ਹਾ ਦੇ ਆ, ਕਿਉਂਕਿ ਉਹ ਪੋਲੀਟੀਕਲੀ ਐਸੋਸੀਏਟਡ ਹੁੰਦੇ ਆ, ਉਹਨਾਂ ਨੂੰ ਉਹਨਾਂ ਨੇ ਲੁਕਾਉਣਾ ਹੀ ਹੁੰਦਾ ਆ। ਇਸ ਕਰਕੇ ਪੁਲਿਸ ਤਾਂ ਪਹਿਲਾਂ ਵੀ ਇਹ ਕੰਮ ਕਰਦੀ ਆ, ਸਿਰਫ ਇੱਕ ਲੜਕੀ ਨਾਲ ਤਾਂ ਨਹੀਂ ਉਹਨਾਂ ਨੇ ਕੀਤਾ, ਪਹਿਲਾਂ ਵੀ ਇਹ ਕੰਮ ਕਰਦੀ ਆ। ਧਾਰਾ ਲਾਈ ਨਹੀਂ ਲਾਈ, ਸਾਹਮਣੇ ਪ੍ਰੂਫ ਦਿਖਦਾ ਪਿਆ ਆ, ਨਹੀਂ ਕੀਤਾ ਜੀ ਉਹਨਾਂ ਨੇ, ਨਹੀਂ ਉਸ ਕੇਸ ਦੇ ਵਿੱਚ ਉਹ ਧਾਰਾ ਐਡ ਕੀਤੀ। ਇਹ ਤਾਂ ਪੁਲਿਸ ਦਾ ਰਵੱਈਆ ਚੇਂਜ। ਤੁਹਾਡੀ NGO ਬੇਲਨ ਬ੍ਰਿਗੇਡ ਨਾਮ ਰੱਖਿਆ ਤੁਸੀਂ NGO ਦਾ, ਤੁਸੀਂ ਜਿਹੜੇ ਸਮਾਜ ਦੇ ਸ਼ਰਾਰਤੀ ਅਨਸਰ ਨੇ, ਕਹਿੰਦੇ ਕਿ ਵੇਲਣੇ ਦੇ ਨਾਲ ਉਹਨਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ। ਅਸੀਂ ਆਪਣੀ NGO ਦਾ ਨਾਮ ਬੇਲਨ ਬ੍ਰਿਗੇਡ ਇਸ ਲਈ ਰੱਖਿਆ ਸੀ ਕਿ ਇੱਕ ਜਿਹੜੀ ਅਨਪੜ੍ਹ ਤੋਂ ਅਨਪੜ੍ਹ ਔਰਤ ਵੀ ਆ ਤੇ ਪੜ੍ਹੀ ਲਿਖੀ ਵੀ ਆ, ਚਾਹੇ ਉਹ DC ਲੱਗੀ ਹੋਈ ਆ ਜਾਂ ਜੱਜ ਲੱਗੀ ਹੋਈ ਆ, ਉਹਦਾ ਬੇਲਨ ਦੇ ਨਾਲ ਇੱਕ ਰਾਬਤਾ ਰਹਿੰਦਾ ਹੀ ਆ, ਖਾਸ ਕਰਕੇ ਸਾਡੇ ਇੰਡੀਅਨ ਸੁਸਾਇਟੀ ਦੇ ਵਿੱਚ, ਕਿਉਂਕਿ ਖਾਣਾ ਬਣਾਉਣ ਦਾ ਕੰਮ ਅੱਜ ਵੀ ਔਰਤਾਂ ਦੇ ਕੋਲ ਹੀ ਆ, ਠੀਕ ਹੈ। ਤੇ ਇਸ ਕਰਕੇ ਜਿਹੜਾ ਬੇਲਣ ਆ ਉਹਦੇ ਕੋਲ ਇੱਕ ਇਹੋ ਜਿਹਾ ਹਥਿਆਰ ਹੈ ਵੀ ਜਿਹਨੂੰ ਉਹ ਯੂਜ਼ ਕਰਕੇ ਆਪਣੇ ਪਰਿਵਾਰ ਨੂੰ ਖਰਾਬ ਕਰਨ ਵਾਲੇ ਆਨਸਰ ਔਰ ਜਿਹੜੇ ਲੋਕ ਬੁਰਾਈਆਂ ਪੈਦਾ ਕਰਦੇ ਨੇ ਉਹਦੇ ਨਾਲ ਉਹਨੂੰ ਮਤਲਬ ਉਹ ਪ੍ਰੋਟੈਕਟ ਕਰੇ ਔਰ ਉਹਨੂੰ ਸੁਰੱਖਿਅਤ ਕਰੇ। ਜਾਣੀ ਕਿ ਵੇਲਣ ਸਾਡਾ ਜਿਹੜਾ ਨਾ ਖੜਾ ਵੇਲਣ, ਅਸੀਂ ਇੱਕ ਵਿਰੋਧ ਦਾ ਜਿਹੜਾ ਨਾ ਉਹ ਅਸੀਂ ਬਣਾਇਆ ਸੀਗਾ ਨਿਸ਼ਾਨ ਆਪਣਾ, ਕਿ ਇਹ
ਪ੍ਰੋਟੈਸਟ ਦਾ ਸਿੰਬਲ ਸੀਗਾ ਸਾਡਾ ਖੜਾ ਬੇਲਣ, ਵੀ ਤੁਸੀਂ ਔਰਤਾਂ ਜੇ ਤੁਹਾਡੇ ਨਾਲ ਕੁਝ ਵੀ ਹੁੰਦਾ ਤੁਸੀਂ ਚੁੱਪ ਨਹੀਂ ਰਹਿਣਾ, ਤੁਸੀਂ ਪ੍ਰੋਟੈਸਟ ਕਰੋ, ਤੁਸੀਂ ਬੋਲੋ, ਤੁਸੀਂ ਬੋਲੋਗੇ ਤੁਹਾਨੂੰ ਦੇਖ ਕੇ ਕੋਈ ਹੋਰ ਵੀ ਬੋਲੂਗਾ। ਜੇ 10 ਜਣਿਆਂ ਦੀ ਨਹੀਂ ਸੁਣੀ ਜਾਊਗੀ ਸ਼ਾਇਦ ਇੱਕ ਦੀ ਸੁਣੀ ਜਾਊਗੀ, ਇੱਕ ਦੀ ਸੁਣਨ ਤੋਂ ਬਾਅਦ ਦੇ ਵਿੱਚ ਕੁਝ ਚੇਂਜ ਆਊਗੀ, ਮਤਲਬ ਇੱਕ ਐਸੀ ਚੇਂਜ ਆਊਗੀ, ਕੋਈ ਕਾਨੂੰਨ ਬਦਲੂਗਾ, ਕੋਈ ਕੁਝ ਬਦਲੂਗਾ। ਇਸ ਵੇਲੇ ਜਿੰਨਾ ਵੀ ਨਾ ਮੈਰਿਜ ਐਕਟ ਬਣਿਆ ਹੋਇਆ, ਮੈਂ ਇੱਕ ਤੁਹਾਨੂੰ ਹੋਰ ਚੀਜ਼ ਕਹਿਣੀ ਚਾਹਾਂਗੀ, ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹਦੇ ਵਿੱਚ ਬਹੁਤ ਵੱਡੀ ਚੇਂਜ ਕਰਨ ਦੀ ਲੋੜ ਹੈ ਇਸ ਵੇਲੇ ਮਹਿਲਾਵਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਪਰ ਉਹਦੇ ਵੱਲ ਹਜੇ ਤੱਕ ਕਿਸੇ ਦਾ ਧਿਆਨ ਨਹੀਂ ਗਿਆ ਹੈਗਾ। ਮੈਂ ਅੱਜ ਵੀ ਸੋਚਦੀ ਸੀ, ਮੈਂ ਕਿਹਾ ਮੈਂ ਇੱਕ ਚਿੱਠੀ ਲਿਖਦੀ ਹਾਂ PMO ਹਾਊਸ ਦੇ ਵਿੱਚ ਵੀ ਤੁਸੀਂ ਆਹ ਚੇਂਜਸ ਇਹਦੇ ਵਿੱਚ ਕਰਕੇ ਦੇਵੋ। ਉਹ ਕਾਫੀ ਸਾਰੀਆਂ ਨੇ, ਮੈਂ ਉਹ ਤੁਹਾਨੂੰ ਬਾਅਦ ਦੇ ਵਿੱਚ ਫਿਰ ਦੱਸੂਗੀ। ਕਾਫੀ ਸਾਰੀਆਂ ਚੇਂਜਸ ਉਹਦੇ ਵਿੱਚ ਆਉਣ ਵਾਲੀਆਂ ਨੇ, ਜਿਹਦੇ ਵਿੱਚ ਜਿਹੜੀ ਆ ਲੇਡੀ ਦੀ, ਵਿਮਨ ਦੀ, ਜਿਹੜੀ ਲੜਕੀਆਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ। ਉਹਦੇ 'ਚ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਉਹਦੇ ਵਿੱਚ ਕੀਤੀ ਹੋਈ। ਫਿਰ ਵੀ ਜੇ ਮੋਟਾ ਦੱਸਣਾ ਹੋਏ ਤਾਂ ਮੋਟਾ ਮੋਟੀ ਇਹ ਆ, ਕੁੜੀਆਂ ਦੇ ਵਿਆਹ ਹੁੰਦੇ ਨੇ ਉਸ ਵੇਲੇ ਤਾਂ ਲੜਕੇ ਵਾਲੇ ਸਾਰੇ ਦੇ ਸਾਰੇ ਨਾਲ ਹੁੰਦੇ ਨੇ। ਸਾਡਾ ਲੜਕਾ ਆ ਜੀ, ਸਾਡੇ ਲੜਕੇ ਦੇ ਡੈਡੀ ਨੂੰ ਜਿਹੜੀ ਨਾ 50,000 ਪੈਨਸ਼ਨ ਆਉਂਦੀ ਆ, ਕੋਈ ਗੱਲ ਨਹੀਂ ਲੜਕੇ ਦੀ ਆ, ਆ ਘਰ ਆ ਜਾਇਦਾਦ ਸਾਰੀ ਲੜਕੇ ਦੀ ਆ, ਇੱਕੋ ਹੀ ਇੱਕ ਲੜਕਾ ਸਾਡਾ। ਜਦੋਂ ਵਿਆਹ ਹੋ ਜਾਂਦਾ ਕੋਈ 19 ਕੀ ਗੱਲ ਹੁੰਦੀ ਹੈ ਤਾਂ ਨਾਲ ਸਭ ਤੋਂ ਪਹਿਲਾਂ ਜਾ ਕੇ ਉਹਨੂੰ ਬੇਦਖਲ ਕਰਕੇ ਆਉਂਦੇ ਆ। ਫਿਰ ਉਹਨੂੰ ਕਹਿੰਦੇ ਇਹਦੇ ਕੋਲ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਕੋਈ ਕੰਮ ਹੀ ਨਹੀਂ ਕਰਦਾ, ਸਾਡਾ ਲੜਕਾ ਤਾਂ ਵਿਹਲਾ ਸੀ, ਤੁਸੀਂ ਕਿਉਂ ਕੁੜੀ ਵਿਆਹੀ ਆ। ਉਹ ਕੁੜੀ ਬੈਕ ਫੁੱਟ 'ਤੇ ਆ ਗਈ ਜਾ ਕੇ। ਫਿਰ ਉਹ ਜੇ ਕੋਈ ਬੱਚਾ ਹੁੰਦਾ, ਉਹ ਖਰਚੇ ਦੇ ਕੇਸ ਲੜਦੇ 20 ਸਾਲ ਨਿਕਲ ਜਾਂਦੇ। 20 ਸਾਲਾਂ ਤੋਂ ਬਾਅਦ 4,000 ਰੁਪਇਆ ਮਹੀਨਾ ਖਰਚਾ ਲੱਗਦਾ। ਜਿਹੜਾ ਬੱਚਾ ਜੰਮਿਆ ਹੁੰਦਾ ਉਹ ਵੀ 20 ਸਾਲ ਦਾ ਹੋ ਜਾਂਦਾ, ਲੜਕੀ ਦੀ ਉਮਰ ਖਤਮ ਹੋ ਗਈ। ਤੁਸੀਂ ਦੱਸੋ ਸਾਡੇ ਹਿੰਦੂ ਮੈਰਿਜ ਐਕਟ ਦੇ ਵਿੱਚ ਲੜਕੀਆਂ ਦੇ ਲਈ ਕੀ ਪ੍ਰੋਟੈਕਸ਼ਨ? ਜਿਹੜੇ ਬੰਦੇ ਤੋਂ ਵਿਆਹੇ ਜਾਂਦੇ ਆ, ਜਿਹੜੀ ਉਹਦੇ ਫਾਦਰ ਦੀ ਜਾਇਦਾਦ ਨਾਲ ਅਟੈਚ ਹੋਣੀ ਚਾਹੀਦੀ ਹੈ, ਉਹਦੇ ਵਿੱਚੋਂ ਦੀ ਉਹਨੂੰ ਇਮੀਡੀਏਟਲੀ ਉਹਨੂੰ ਰਾਹਤ ਦਿੱਤੀ ਜਾਣੀ ਚਾਹੀਦੀ। ਤੇਰਾ ਲੜਕਾ, ਤੇਰਾ ਬੱਚਾ ਹੈ, ਅਸੀਂ ਲੜਕੀ ਨੂੰ ਛੱਡਣਾ ਆ, ਔਰ ਜੋ ਉਹਦਾ ਖਰਚਾ ਪਾਣੀ ਬਣਦਾ ਦਿੱਤਾ ਜਾਵੇ, ਉਹਨੂੰ ਨਾਲ ਦੀ ਨਾਲ ਰਹਿਣ ਲਈ ਸ਼ੈਲਟਰ ਦਿੱਤਾ ਜਾਵੇ। ਕਿੱਥੇ ਜਾਊਗੀ ਦੱਸੋ ਜਰਾ ਮੈਨੂੰ? ਸਾਡੇ ਸਮਾਜ ਦੇ ਵਿੱਚ ਵੈਸੇ ਨਹੀਂ ਇਕੱਲੀ ਲੜਕੀ ਦੀ ਕੋਈ ਵੀ ਪ੍ਰੋਟੈਕਸ਼ਨ ਹੈਗੀ। ਜੇ ਇਕੱਲੀ ਕੋਈ ਵੀ ਮਦਰ ਰਹਿੰਦੀ ਆ ਤਾਂ ਸਾਰੇ ਲੋਕ ਉਹਨੂੰ ਸ਼ੇਰਾਂ ਵਾਂਗਰ ਦੇਖਦੇ ਆ, ਭੁੱਖੇ ਵੀ ਅਸੀਂ ਖਾ ਜਾਈਏ ਬੈਠੇ। ਇਹਦੇ 'ਚ ਬਹੁਤ ਵੱਡੀਆਂ ਚੇਂਜਸ ਕਰਨ ਦੀ ਜ਼ਰੂਰਤ ਹੈ। ਇਹ ਜੋ ਗੰਦਗੀ ਹੈ ਸਮਾਜ ਦੇ ਵਿੱਚ, ਜਾਂ ਇਹ ਸ਼ਰਾਰਤੀ ਅੰਸਰ ਨੇ, ਜਾਂ ਕਹਿ ਲਓ ਕਿ ਇਹ ਜਿਹੜੇ ਹੈਵਾਨ ਸਮਾਜ ਦੇ ਵਿੱਚ ਪਲ ਰਹੇ ਨੇ, ਇਹੀ ਇੱਕ ਵੱਡਾ ਕਾਰਨ ਹੈ ਕਿ ਜਦੋਂ ਧੀ ਨੂੰ ਜੰਮਣ ਤੋਂ ਇੱਕ ਪਿਤਾ ਜਾਂ ਇੱਕ ਮਾਂ ਡਰਦੀ ਹੈ। ਉਹ ਇਸ ਕਰਕੇ ਨਹੀਂ ਡਰਦੀ ਕਿ ਧੀ ਨਾਮ ਖਰਾਬ ਕਰ ਦੇਗੀ। ਧੀਆਂ ਨਾਮ ਰੌਸ਼ਨ ਵੀ ਕਰਦੀਆਂ ਨੇ। ਬਹੁਤ ਧੀਆਂ ਨੇ ਅੱਜ ਪੁੱਤਾਂ ਨਾਲੋਂ ਵੱਧ ਕੇ ਆਪਣੇ ਪਿਤਾ ਦਾ, ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਤਾਂ ਧੀ ਨੂੰ ਜੰਮਣ ਤੋਂ ਸ਼ਾਇਦ ਇਸ ਕਰਕੇ ਡਰਦੇ ਨੇ ਕਿ ਕਿਤੇ ਧੀਆਂ ਦੇ ਨਾਲ ਅਜਿਹਾ ਕੁਝ ਨਾ ਹੋ ਜਾਏ। ਬਿਲਕੁਲ ਤੁਸੀਂ ਸਹੀ ਕਿਹਾ ਇਸ ਗੱਲ ਨੂੰ, ਇਸੇ ਕਰਕੇ ਡਰਦੇ ਨੇ। ਸਭ ਤੋਂ ਪਹਿਲਾਂ ਮਾਂ ਹੀ ਡਰਦੀ ਹੈ ਕਿ ਮੇਰੇ ਲੜਕੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜੋ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਜਾਂ ਮੈਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਮੇਰੀ ਲੜਕੀ ਨੂੰ ਵੀ ਉਹੀ ਪ੍ਰੋਬਲਮ ਆ ਰਹੀ ਹੈ, ਆਊਗੀ ਅੱਗੇ ਜਾ ਕੇ। ਇਸ ਲਈ ਮੇਰੇ ਲੜਕੀ ਨਹੀਂ ਹੋਣੀ ਚਾਹੀਦੀ। ਜੇ ਮੇਰੇ ਲੜਕਾ ਹੋਊਗਾ ਤਾਂ ਮੈਂ ਫ੍ਰੀ ਹਾਂ। ਫਿਰ ਲੜਕਾ ਭਾਵੇਂ ਬਦਮਾਸ਼ ਵੀ ਹੋਵੇ, ਬਾਹਰ ਜਿੱਦਾਂ ਮਰਜ਼ੀ ਘੁੰਮੀ ਜਾਵੇ, ਉਹਨਾਂ ਨੂੰ ਇਹੀ ਪ੍ਰੋਟੈਕਸ਼ਨ ਹੁੰਦੀ ਆ। ਔਰ ਜਦੋਂ ਤੱਕ ਔਰਤਾਂ ਦੀ ਵੀ ਇਹ ਸੋਚ ਨਹੀਂ ਬਦਲਦੀ ਕਿ ਜੇ ਮੇਰੇ ਲੜਕਾ ਹੋਇਆ ਤਾਂ ਭਾਵੇਂ ਉਹ ਬਦਮਾਸ਼ ਬਣ ਜਾਵੇ, ਜਿੱਦਾਂ ਮਰਜ਼ੀ ਘੁੰਮੀ ਜਾਵੇ, ਇਹ ਮਾਨਸਿਕਤਾ ਜਿਹੜੀ ਆ ਚੇਂਜ ਕਰਨ ਦੀ ਜ਼ਰੂਰਤ ਆ। ਜਦੋਂ ਤੱਕ ਇਹ ਚੇਂਜ ਨਹੀਂ ਹੁੰਦੀ, ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿੰਦੀ ਆ ਕਿ ਅੱਜ ਸਾਡੇ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਬਦਲਾਵ ਇੱਕ ਮਾਂ ਲੈ ਕੇ ਆ ਸਕਦੀ ਆ। ਮਦਰਸ ਨੂੰ ਚੇਂਜ ਹੋਣ ਦੀ ਜ਼ਰੂਰਤ। ਫਿਲਮਾਂ ਦਾ, ਗੀਤਾਂ ਦਾ, ਇਹਨਾਂ ਚੀਜ਼ਾਂ ਦਾ ਕਿੰਨਾ ਕੁ ਅਸਰ ਪੈਂਦਾ ਹੈ ਸਾਡੀ ਨੌਜਵਾਨ ਪੀੜ੍ਹੀ 'ਤੇ? ਤੇ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮਾਂ ਦਾ ਜਾਂ ਗਾਣਿਆਂ ਦਾ ਇੰਪੈਕਟ ਹੈ ਜੋ ਸਮਾਜ ਦੇ ਵਿੱਚ ਹੋ ਰਿਹਾ ਹੈ? ਬਿਲਕੁਲ ਸਹੀ ਗੱਲ ਹੈ। ਜਿਹੜੀਆਂ ਫਿਲਮਾਂ ਨੇ, ਗਾਣੇ ਨੇ, ਉਹਨਾਂ ਦੀ ਕੋਈ ਐਥਿਕਸ ਨਹੀਂ ਹੈ, ਕੋਈ ਉਹਨਾਂ ਦੀ ਮੋਰਲ ਵੈਲਿਊ ਨਹੀਂ ਹੈਗੀ, ਔਰ ਕੋਈ ਵੀ ਨੈਤਿਕਤਾ ਦਾ ਸੰਦੇਸ਼ ਨਹੀਂ ਦਿੰਦੇ। ਜਿਹੜਾ ਅੱਜ ਤੋਂ 20 ਜਾਂ 25 ਸਾਲ ਪਹਿਲਾਂ ਦੇ ਗਾਣੇ ਦੇਖੀਏ, ਹਰ ਗਾਣੇ ਦਾ ਕੋਈ ਨਾ ਕੋਈ ਇੱਕ ਸੰਦੇਸ਼ ਹੁੰਦਾ ਸੀ। ਐਂਡ ਦੇ ਉੱਤੇ ਕੋਈ ਸਮਾਜਿਕ ਬੁਰਾਈ ਨੂੰ ਟੱਚ ਕਰਦਾ ਹੁੰਦਾ ਸੀ, ਕੋਈ ਕਿਸੇ ਚੀਜ਼ ਨੂੰ, ਕੋਈ ਜਿੱਦਾਂ ਹੁਣ ਮੈਂ ਕਿਸੇ ਸਿੰਗਰ ਦਾ ਨਾਂ ਨਹੀਂ ਲੈਣਾ ਚਾਹੁੰਦੀ, ਪੁਰਾਣੇ ਗਾਣੇ ਹੁੰਦੇ ਸੀ ਉਹਨਾਂ ਦੇ ਵਿੱਚ ਲਿਖਦੇ ਹੁੰਦੇ ਸੀ ਵੀ ਅੱਜ ਆਹ ਬਦਲਾਵ ਆ ਰਿਹਾ ਹੈ, ਇਸ ਤਰ੍ਹਾਂ ਨਾਲ ਹੋਣਾ ਚਾਹੀਦਾ। ਐਂਡ ਦੇ ਭਾਵੇਂ ਇੱਕ ਲਾਈਨ ਹੀ ਉਹ ਕਹਿੰਦੇ ਹੁੰਦੇ ਸੀ, ਕਲਚਰ ਦੇ ਨਾਲ ਰਿਲੇਟਡ ਸੀ। ਹੁਣ ਤਾਂ ਕਲਚਰ ਨਾਲ ਕੋਈ ਰਿਲੇਟਡ ਨਹੀਂ 25 ਸਾਲ ਪਹਿਲੇ ਵੀ ਕੁਝ ਗੀਤ ਹੁੰਦੇ ਸੀ ਜਿਹੜੇ ਨਹੀਂ ਕੋਈ ਚੰਗਾ ਸੰਦੇਸ਼ ਦਿੰਦੇ ਸੀ, ਪਰ ਉਹ ਕੋਈ ਇੱਕਾ ਦੁੱਕਾ ਹੁੰਦੇ ਸੀ। ਪਰ ਅੱਜ ਕੱਲ੍ਹ ਇੱਕਾ ਦੁੱਕਾ ਗੀਤ ਅਜਿਹੇ ਨੇ ਜਿਹੜੇ ਸੰਦੇਸ਼ ਦੇ ਰਹੇ ਨੇ। ਅੱਜ ਕੱਲ੍ਹ ਸਾਰੇ ਗੀਤ ਇਸ ਤਰ੍ਹਾਂ ਦੇ ਆਉਣ ਲੱਗ ਗਏ। ਜਿਹੜੇ ਪੁਰਾਣੇ ਸਿੰਗਰ ਸੀਗੇ ਆਲਮੋਸਟ ਉਹਨਾਂ ਦੀ ਡੈਥ ਹੋ ਗਈ ਆ, ਜਾਂ ਕਈਆਂ ਨੇ ਗਾਣੇ ਛੱਡ ਦਿੱਤੇ ਹੈਗੇ ਆ। ਕੋਈ ਮਾੜਾ ਮੋਟਾ ਜਿਹੋ ਜਿਹਾ ਕੋਈ ਗਾਣਾ ਗਾਉਂਦਾ ਵੀ ਆ ਤਾਂ ਉਹਨੂੰ ਲੋਕ ਪਸੰਦ ਹੀ ਨਹੀਂ ਕਰਦੇ, ਬੱਚੇ ਹੀ ਨਹੀਂ ਪਸੰਦ ਕਰਦੇ। ਟੈਲੀਵਿਜ਼ਨ ਦੇ ਉੱਤੇ 1000 ਦੇ ਆਸ-ਪਾਸ ਚੈਨਲ ਚੱਲਦੇ ਆ, ਉਸ ਤਰ੍ਹਾਂ ਦੀਆਂ ਸਾਰਾ ਦਿਨ ਨੰਗੀਆਂ ਪੁੰਗੀਆਂ ਜਿਹੀਆਂ ਸਾਰਾ ਦਿਨ ਫਿਲਮਾਂ ਚੱਲੀ ਜਾਂਦੀਆਂ ਨੇ, ਸੀਰੀਅਲ ਚੱਲੀ ਜਾਂਦੇ ਆ, ਗਾਣੇ ਚੱਲੀ ਜਾਂਦੇ ਆ ਬੈਠੇ। ਨਾਲ ਉਹਨਾਂ ਨੇ ਡਰਿੰਕ, ਸ਼ਰਾਬ, ਨਸ਼ੇ, ਜੇ ਬਹੁਤ ਸਾਰਾ ਕੁਝ ਇੰਨਾ ਪ੍ਰਮੋਟ ਕਰ ਦਿੱਤਾ, ਉਹ ਲੱਗਣ ਲੱਗ ਗਿਆ ਸਾਡੇ ਬੱਚਿਆਂ ਨੂੰ। ਜਿਹੜੇ ਅੱਜ ਯੁਵਕ ਬਣੇ ਹੋਏ ਆ ਨਾ, ਜਿਹੜੇ ਅੱਜ ਤੋਂ 20 ਜਾਂ 25 ਸਾਲ ਪਹਿਲਾਂ ਬੱਚੇ ਪੈਦਾ ਹੋਏ ਸੀ ਨਾ, ਉਹ ਅੱਜ ਜਵਾਨ ਹੋਏ ਨੇ। ਉਹਨਾਂ ਨੂੰ ਇਹ ਲੱਗ ਗਿਆ
ਕਿ ਇਹ ਇੱਕ ਸਾਡੇ ਲਈ ਹਿੱਸਾ ਆ, ਸਾਡੀ ਜਵਾਨੀ ਦਾ ਹਿੱਸਾ ਆ। ਇਹ status ਨਸ਼ੇ symbol ਕਰਨਾ। ਬਣ ਹਾਂ, ਸਟੇਟਸ ਸਿੰਬਲ ਉਹਨਾਂ ਨੇ ਬਣਾ ਲਿਆ ਉਸ ਚੀਜ਼ ਨੂੰ, ਔਰ ਉਹਨਾਂ ਨੇ ਉਹ ਚੀਜ਼ਾਂ ਸਾਰੀਆਂ ਖੁਦ ਹੀ ਅਡਾਪਟ ਕਰ ਲਈਆਂ। ਔਰ ਤੁਸੀਂ ਦੇਖੋ ਸਾਡਾ ਜਿਹੜਾ ਸਮਾਜ ਦਾ ਮੇਰੇ ਖਿਆਲ ਦੇ ਵਿੱਚ 50-60% ਜਿਹੜੇ ਯੁਵਕ ਆ ਉਹ ਨਸ਼ਿਆਂ ਦੇ ਸ਼ਿਕਾਰ ਹੋਏ ਹੋਏ ਨੇ। ਔਰ ਪੜ੍ਹੇ ਲਿਖੇ ਵੀ, ਅਫਸਰ ਲੱਗੇ ਹੋਏ ਵੀ, ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ, ਮਤਲਬ ਕਹਿ ਨਹੀਂ ਸਕਦੇ ਤੁਸੀਂ, ਹਰ ਗਵਰਨਮੈਂਟ ਜੌਬ ਦੇ ਵਿੱਚ ਸਕੂਲਾਂ ਦੇ ਟੀਚਰਾਂ ਤੋਂ ਲੈ ਕੇ ਦੇਖ ਲਓ, ਉਹਨਾਂ ਨੂੰ ਕੋਈ ਨਾ ਕੋਈ ਨਸ਼ਾ ਲੱਗਿਆ ਹੋਇਆ। ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈ ਕਿ ਹੁਣ ਉਹ ਹਾਥਰਸ ਦਾ ਪਰਿਵਾਰ ਜਿਹੜਾ ਹੈ, ਜਿਨ੍ਹਾਂ ਦੀ ਬੱਚੀ ਦੀ ਜਾਨ ਜਾ ਚੁੱਕੀ ਹੈ, ਉਹ ਪਰਿਵਾਰ ਇਨਸਾਫ ਮੰਗ ਰਿਹਾ ਹੈ। ਤੁਹਾਨੂੰ ਲੱਗਦਾ ਕਿ ਜਾਂ ਤਾਂ ਇਨਸਾਫ ਮਿਲੇਗਾ ਹੀ ਨਹੀਂ, ਜੇ ਮਿਲ ਵੀ ਗਿਆ ਤਾਂ ਉਸ ਧੀ ਦੇ ਨਾਲ ਕੋਈ ਇਨਸਾਫ ਹੋਇਆ? ਧੀ ਨੇ ਜਿਸ ਨੇ ਆਪਣੀ ਜਾਨ ਗਵਾ ਦਿੱਤੀ, ਜਿਸ ਦੇ ਨਾਲ ਦੁਸ਼ਕਰਮ ਹੋਇਆ, ਉਹ ਤਾਂ ਮਰ ਗਈ, ਉਹਦੇ ਨਾਲ ਕੀ ਇਨਸਾਫ ਹੋਏਗਾ? ਜਿਹੜੇ ਉਹਦੇ ਪੇਰੈਂਟਸ ਨੇ ਉਹ ਇਨਸਾਫ ਮੰਗ ਰਹੇ ਨੇ ਕਿ ਜਾਂ ਤਾਂ ਇੱਕ ਕਾਨੂੰਨ ਬਦਲਿਆ ਜਾਏ। ਇਸ ਤਰ੍ਹਾਂ ਦੇ ਜਿਹੜੇ ਗੈਂਗਰੇਪ ਹੁੰਦੇ ਨੇ, ਉਸ ਤੋਂ ਬਾਅਦ ਗਵਰਨਮੈਂਟ ਜਿਹੜੀ ਸਾਡੀ ਸਰਕਾਰਾਂ ਨੇ ਉਹ ਕਾਨੂੰਨਾਂ ਨੂੰ ਬਦਲਣ ਵੀ ਇਸ ਤਰ੍ਹਾਂ ਹੁੰਦੀ ਹੈ ਤਾਂ ਆਹ ਸਜ਼ਾ ਦਿੱਤੀ ਜਾਵੇ, ਅੱਗੇ ਤੋਂ ਡਰ ਹੋਵੇ। ਹੁਣ ਪਹਿਲਾਂ ਵੀ ਇੱਕ ਇਸ ਤਰ੍ਹਾਂ ਦੀ ਇਨਸੀਡੈਂਟ ਹੋਈ ਸੀ, ਹਜੇ ਮੇਰੇ ਖਿਆਲ 'ਚ ਸਾਲ ਵੀ ਨਹੀਂ ਹੋਇਆ, ਉਹ ਵੀ ਯੂਪੀ ਦੀ ਇਨਸੀਡੈਂਟ ਸੀਗੀ। ਉਹਨਾਂ ਨੇ ਉੱਥੇ ਜਾ ਕੇ ਐਨਕਾਊਂਟਰ ਕਰ ਦਿੱਤਾ, ਜਾ ਕੇ ਉਹਨਾਂ ਨੂੰ ਮਾਰ ਦਿੱਤਾ। ਠੀਕ ਆ, ਬੰਦੇ ਮਰ ਗਏ, ਲੋਕ ਚੁੱਪ ਕਰ ਗਏ, ਘਰ ਵਾਲੇ ਵੀ ਚੁੱਪ ਕਰ ਗਏ ਕਿ ਬੰਦੇ ਮਰ ਗਏ ਨੇ, ਪਰ ਕਾਨੂੰਨ ਤਾਂ ਨਹੀਂ ਬਣਿਆ ਨਾ। ਇਹ ਕਾਨੂੰਨ ਹੀ ਬਣਾ ਦੇਣ ਵੀ ਜੇ ਕੋਈ ਵੀ ਬੰਦਾ ਗੈਂਗਰੇਪ ਕਰਦਾ ਫੜਿਆ ਜਾਂਦਾ ਹੈਗਾ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਵੇ, ਕੋਈ ਕੇਸ ਨਹੀਂ ਚਲਾਉਣਾ, ਕੋਈ ਕੁਛ ਨਹੀਂ ਕਰਨਾ, ਇਮੀਡੀਏਟਲੀ। ਤੇ ਆਪਣੇ ਆਪ ਹੀ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਕੁਛ ਤਾਂ ਫਰਕ ਪਊਗਾ ਨਾ, ਕੁਛ ਤਾਂ ਡਰ ਸਜ਼ਾ ਦੇਣ ਦੇ ਵਿੱਚ ਜਿਹੜੀ ਦੇਰੀ ਹੁੰਦੀ ਹੈ, ਇਹ ਇੱਕ ਗਲਤ ਸੁਨੇਹਾ ਪਹੁੰਚਾਉਂਦੀਆਂ ਨੇ। ਨਹੀਂ, ਲੋਕਾਂ ਦੇ ਦਿਮਾਗ ਦੇ ਵਿੱਚ, ਜਿੰਨੇ ਬਦਮਾਸ਼ ਨੇ ਨਾ, ਉਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਵੀ ਮੇਰੇ ਰਿਸ਼ਤੇਦਾਰ, ਮੇਰਾ ਜੀ ਫਲਾਣਾ ਬੰਦਾ ਲੀਡਰ ਹੈਗਾ, ਉਹ ਮੈਨੂੰ ਬਚਾ ਲਊਗਾ, ਕੁਛ ਨਹੀਂ ਹੁੰਦਾ, ਜੋ ਮਰਜ਼ੀ ਕਰ ਲਓ। ਦੇਰੀ ਤਾਂ ਹੁੰਦੀ ਹੋਈ, ਕਾਨੂੰਨ ਤਾਂ ਸਾਡੇ ਹੈ ਹੀ ਨਹੀਂਗਾ। ਕਾਨੂੰਨ ਦਾ ਤਾਂ ਇੱਕ ਇਸ ਤਰ੍ਹਾਂ ਨਾਲ ਹੋਇਆ ਆ ਵੀ ਤੁਸੀਂ ਜਿੰਨੇ ਸਾਲ ਮਰਜ਼ੀ ਕੇਸ ਨੂੰ ਲੜਦੇ ਰਹੋ। ਨਿਰਭਇਆ ਦੇ ਕਾਂਡ ਦੇ ਵਿੱਚ ਹੀ ਦੇਖ ਲਓ ਕਿੰਨੇ ਸਾਲ ਲੱਗੇ ਐਂਡ ਤੱਕ ਜਾਣ ਵਾਸਤੇ, ਫਾਂਸੀ ਤੇ ਲੱਗਣ ਵਾਸਤੇ। ਕੀ ਸੀਗਾ ਉਹਦੇ ਵਿੱਚ, ਕਿਹੜੀ ਚੀਜ਼ ਦੀ ਪ੍ਰੂਵ ਨਹੀਂ ਸੀ ਹੋਇਆ, ਸਭ ਕੁਝ ਪ੍ਰੂਵ ਹੋਇਆ ਸੀ, ਫਿਰ ਵੀ ਉਹਨਾਂ ਨੂੰ ਫਾਂਸੀ ਤੇ ਚੜ੍ਹਨ ਲਈ ਕਿੰਨੇ 7-8 ਸਾਲ ਲੱਗੇ ਰਹੇ ਕਰਨ ਵਾਸਤੇ, ਫਿਰ ਜਾ ਕੇ ਫਾਂਸੀ ਮਿਲੀ। ਇਹ ਕਾਹਦਾ ਇਨਸਾਫ ਹੋ ਗਿਆ ਦੱਸੋ? 8 ਸਾਲਾਂ ਦੇ ਵਿੱਚ ਉਹਦੇ ਪਰਿਵਾਰ ਨੇ ਕਿੰਨੇ ਧੱਕੇ ਖਾਧੇ, ਕਿੰਨੀ ਵਾਰੀ ਕੋਰਟ ਗਏ, ਹਾਈ ਕੋਰਟ ਗਏ, ਸੁਪਰੀਮ ਕੋਰਟ ਗਏ, ਕਿੱਥੇ ਤੱਕ ਜਾ ਕੇ ਉਹਨਾਂ ਨੇ ਫਾਂਸੀਆਂ ਦਵਾਈਆਂ। ਔਰ ਸਾਹਮਣੇ ਵਾਲੇ ਵਕੀਲ, ਉਹਨਾਂ ਨੂੰ ਪਤਾ ਵੀ ਇਹ ਗੈਂਗਰੇਪਡ ਹੈਗੇ ਆ, ਇਹਨਾਂ ਨੇ ਕੀਤਾ ਹੋਇਆ ਗੈਂਗਰੇਪ, ਫਿਰ ਵੀ ਉਹਨਾਂ ਨੂੰ ਪ੍ਰੋਟੈਕਟ ਕਰਦੇ ਪਏ ਨੇ। ਔਰ ਇਹੋ ਜਿਹੇ ਜਿਹੜੇ ਵਕੀਲ ਵੀ ਹੈਗੇ ਆ ਨਾ, ਉਹਨਾਂ ਦੇ ਵੀ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਆ। ਸਮਾਜ ਦੇ ਵਿੱਚ ਇਸ ਵੇਲੇ ਬਦਲਾਵ ਦੀ ਬਹੁਤ ਲੋੜ ਹੈ। ਬਦਲਾਵ ਆ ਨਹੀਂ ਰਿਹਾ, ਅਸੀਂ ਚਾਹੁੰਦੇ ਹਾਂ ਕਿ ਬਦਲਾਵ ਆਏ। ਇਹ ਬਦਲਾਵ ਕੌਣ ਲੈ ਕੇ ਆਏਗਾ? ਤੁਸੀਂ ਕਹਿ ਰਹੇ ਹੋ ਕਿ ਮਾਵਾਂ ਦਾ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ। ਮਾਵਾਂ ਐਜੂਕੇਟ ਹੋ ਵੀ ਜਾਂਦੀਆਂ ਨੇ, ਪਰ ਸਾਰਾ ਦਿਨ ਪੁੱਤਾਂ ਨੇ ਮਾਵਾਂ ਕੋਲ ਨਹੀਂ ਬੈਠੇ ਰਹਿਣਾ। ਉਹਨਾਂ ਨੇ ਉਹ ਜਿਹੜੀ ਸੰਗਤ ਹੈ, ਜਿਹੜੇ ਦੋਸਤ ਮਿੱਤਰ ਨੇ ਜਿਨ੍ਹਾਂ ਨਾਲ ਉਹਨਾਂ ਨੇ ਪੜ੍ਹਨਾ ਹੈ, ਜਿਨ੍ਹਾਂ ਨਾਲ ਘੁੰਮਣ ਜਾਣਾ ਹੈ, ਖਾਣ ਪੀਣ ਜਾਣਾ ਹੈ, ਉਹ ਸੰਗਤ ਵੀ ਬੜੀ ਮੈਟਰ ਕਰਦੀ ਹੈ। ਤਾਂ ਮਾਵਾਂ ਹਰ ਕਿਤੇ ਰਿਸਪੌਂਸਿਬਲ ਨਹੀਂ ਹੋਣਗੀਆਂ। ਇਸ ਵੇਲੇ ਮਾਵਾਂ ਦੇ ਨਾਲ ਸਾਡੀਆਂ ਜਿਹੜੀਆਂ ਐਜੂਕੇਸ਼ਨ ਇੰਸਟੀਚਿਊਟਾਂ ਨੇ, ਜਿਹੜੇ ਸਾਡੇ ਸਿੱਖਿਆਵਿਦ ਹੈਗੇ ਆ, ਜਿਹੜੇ ਸਾਡੇ ਜਿੰਨੇ ਵੀ ਇੰਟੈਲੈਕਚੁਅਲ ਪਰਸਨੈਲਿਟੀਜ਼ ਹੈਗੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਜੇ 20 ਸਾਲ ਤੱਕ ਨਾ ਬੱਚੇ ਦੇ ਉੱਪਰ ਇਸ ਬਦਲਾਵ ਲਿਆਉਣ ਲਈ, ਉਹਨਾਂ ਨੂੰ ਅਵੇਅਰ ਕਰਨ ਲਈ, ਉਹਨਾਂ ਨੂੰ ਐਜੂਕੇਟ ਕਰਨ ਲਈ 20 ਵੀ ਨਾ ਕਰਨ, 15 ਸਾਲ ਹੀ ਕਰ ਦੇਣ। ਉਹਦੀ ਜਿਹੜੀ ਵਰਥ ਤੋਂ ਲੈ ਕੇ 15 ਸਾਲ ਤੱਕ ਦੀ ਜਿਹੜੀ ਬੱਚੇ ਦੀ ਐਜੂਕੇਸ਼ਨ ਹੈ ਨਾ, ਉਹੀ ਅੱਗੇ ਬੋਲਦੀ ਰਹਿੰਦੀ, ਉਹੀ ਅੱਗੇ ਕੰਟੀਨਿਊ ਹੁੰਦੀ ਰਹਿੰਦੀ ਹੈ, ਜਾ ਕੇ ਉਹੀ ਚੱਲਦੀ ਰਹਿੰਦੀ। 15 ਸਾਲ ਦੀ ਉਮਰ ਤੱਕ ਉਹਦੀਆਂ ਹੈਬਿਟਸ ਡਿਵੈਲਪ ਹੋ ਚੁੱਕੀਆਂ ਹੁੰਦੀਆਂ ਨੇ, ਬੱਚੇ ਦੀ ਜਿਹੜੀ ਸਾਈਕੋਲੋਜੀ ਬਣ ਚੁੱਕੀ ਹੁੰਦੀ ਆ। ਜੇ ਅਸੀਂ ਬੱਚੇ ਨੂੰ ਉਹ ਚੀਜ਼ ਸਿਖਾਵਾਂਗੇ ਹੀ ਨਾ, ਉਹ ਕਿੱਥੋਂ ਸਿੱਖੂਗਾ? ਬੱਚਾ ਮਾਂ ਦੇ ਪੇਟ ਤੋਂ ਤਾਂ ਕੁਝ ਵੀ ਨਹੀਂ ਸਿੱਖ ਕੇ ਆਉਂਦਾ, ਸਾਡੇ ਸਮਾਜ ਤੋਂ ਹੀ ਸਿੱਖਦਾ। 15 ਸਾਲ ਦੇ ਵਿੱਚ ਬੱਚਾ ਕੁਛ ਹੁੰਦਾ, 17 ਸਾਲ ਦੀ ਉਮਰ ਦੇ ਵਿੱਚ ਜਾਂਦਾ ਹੋਰ ਕੁਝ ਜਾਂਦਾ, ਸਕੂਲ 'ਚ ਜਾਂਦਾ ਤਾਂ ਹੋਰ ਹੁੰਦਾ, 9ਵੀਂ ਕਲਾਸ 'ਚ ਅਲੱਗ ਉਹਦਾ ਜਿਹੜਾ ਕਰੈਕਟਰ ਬਣਦਾ, +2 ਦੇ ਵਿੱਚ ਅਲੱਗ ਬਣਦਾ, ਜਾ ਕੇ ਕਾਲਜ ਦੇ ਵਿੱਚ ਚਲੇ ਜਾਂਦਾ, ਉੱਥੇ ਹੋਰ ਹੀ ਕੁਛ ਬਣ ਜਾਂਦਾ ਜਾ ਕੇ। ਇਸ ਵੇਲੇ ਜਿਹੜੀ ਹੈ ਸਿੱਖਿਆ ਨੂੰ ਵੀ ਬਹੁਤ ਜ਼ਿਆਦਾ ਇੰਪਰੂਵ ਕਰਨ ਦੀ ਲੋੜ ਆ ਮਾਵਾਂ ਦੇ ਨਾਲ। ਔਰ ਜਿਹੜੇ ਸਾਡੇ ਸਿੱਖਿਆਵਿਦ ਨੇ, ਉਹ ਸਿਰਫ ਕਿਤਾਬਾਂ ਲਿਖ ਲਈਆਂ, ਜਿੰਨੇ ਬੁੱਧੀਜੀਵੀ ਨੇ, ਕਿਤਾਬਾਂ ਲਿਖਣ ਦੇ ਨਾਲ ਜੇ ਕੋਈ ਪੜ੍ਹੂਗਾ ਤਾਂ ਕਿਤਾਬਾਂ ਦਾ ਅਸਰ ਤਾਂ ਹੀ ਹੋਊਗਾ। ਇਸ ਵੇਲੇ ਪ੍ਰੈਕਟੀਕਲ ਜਿਹੜਾ ਵਰਕ ਆ, ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ, ਥਿਓਰਟੀਕਲੀ ਵਰਕ ਕਰਨ ਦੀ ਬਜਾਏ। ਜੇ ਅਸੀਂ ਪ੍ਰੈਕਟੀਕਲ ਕੰਮ ਕਰਦੇ ਹੋਏ ਗਰਾਊਂਡ ਲੈਵਲ ਤੋਂ ਲੈ ਕੇ ਬੱਚਿਆਂ ਦੇ 15-16 ਸਾਲ ਦੀ ਉਮਰ ਤੱਕ ਉਹਨਾਂ ਦੇ ਉੱਤੇ ਅਸੀਂ ਇਹ ਐਕਸਪੈਰੀਮੈਂਟ ਕਰੀਏ, ਤਾਂ ਫਿਰ ਤੁਸੀਂ ਉਹਦੇ ਵਿੱਚ ਚੇਂਜ ਦੇਖ ਸਕਦੇ ਹੋ। ਸਮਾਜ ਦੇ ਵਿੱਚ ਇਸ ਬਦਲਾਵ ਦੀ ਉਡੀਕ ਹਮੇਸ਼ਾ ਹੀ ਰਹਿੰਦੀ ਹੈ, ਪਰ ਇਹ ਬਦਲਾਵ ਨਹੀਂ ਆਉਂਦਾ। ਫਿਰ ਦਿਨ ਢਲਦਾ ਹੈ, ਨਵਾਂ ਦਿਨ ਸ਼ੁਰੂ ਹੁੰਦਾ ਹੈ, ਫਿਰ ਉਹੀ ਨਵੀਆਂ ਖਬਰਾਂ, ਨਵੇਂ ਮਾਮਲੇ। ਇਹ ਜਿਹੜਾ ਅੱਜ ਮਾਮਲਾ ਅਸੀਂ ਤੁਹਾਡੇ ਅੱਗੇ ਜਿਸ ਦਾ ਜ਼ਿਕਰ ਕੀਤਾ ਹੈ, ਜੋ ਯੂਪੀ ਦੇ ਹਾਥਰਸ ਦੇ ਵਿੱਚ ਹੋਇਆ, ਇੱਕ 20 ਸਾਲ ਦੀ
ਲੜਕੀ ਇੱਕ ਸਾਮੂਹਿਕ ਦੁਸ਼ਕਰਮ ਦਾ ਸ਼ਿਕਾਰ ਹੋਈ ਹੈ। 10 ਦਿਨ ਲਗਾਤਾਰ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜੀ ਹੈ ਤੇ ਆਖਿਰਕਾਰ ਬੀਤੇ ਦਿਨ ਉਹ ਜੰਗ ਜ਼ਿੰਦਗੀ ਦੀ ਉਹ ਜੰਗ ਹਾਰ ਜਾਂਦੀ ਹੈ। ਪਰਿਵਾਰ ਬਹੁਤ ਸਾਰੇ ਇਲਜ਼ਾਮ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਲਗਾ ਰਿਹਾ ਹੈ, ਨਾਲ ਦੇ ਨਾਲ ਇਨਸਾਫ ਦੀ ਮੰਗ ਕਰ ਰਿਹਾ ਹੈ, ਪਰ ਆਖਿਰਕਾਰ ਇਨਸਾਫ ਮਿਲ ਵੀ ਜਾਂਦਾ ਹੈ ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਅਜਿਹੀਆਂ ਘਟਨਾਵਾਂ ਅਜਿਹੇ ਮਾਮਲਿਆਂ ਤੇ ਠੱਲ ਕਦੋਂ ਪਏਗੀ, ਕਦੋਂ ਅਸੀਂ ਸੁੱਖ ਦਾ ਸਾਹ ਲਵਾਂਗੇ, ਕਦੋਂ ਸਮਾਜ ਦੇ ਵਿੱਚ ਜਿਹੜੀਆਂ ਧੀਆਂ ਨੇ, ਜੋ ਕੋਈ ਧੀ ਪੜ੍ਹਨ ਜਾ ਰਹੀ ਹੈ, ਕੋਈ ਧੀ ਨੌਕਰੀ ਕਰਨ ਜਾ ਰਹੀ ਹੈ ਜਾਂ ਕੋਈ ਧੀ ਵਿਆਹ ਕੇ ਦੂਜੇ ਘਰ ਜਾ ਰਹੀ ਹੈ, ਆਪਣੇ ਸਹੁਰੇ ਘਰ ਜਾ ਰਹੀ ਹੈ, ਉਹ ਕਦੋਂ ਨਿਡਰ ਹੋ ਕੇ ਬੇਖੌਫ ਹੋ ਕੇ ਇੱਕ ਜ਼ਿੰਦਗੀ ਬਤੀਤ ਕਰ ਸਕੇਗੀ। ਇਹ ਸਵਾਲ ਖੜਾ ਹੋ ਰਿਹਾ ਹੈ। ਇਸ ਦੇ ਜਵਾਬ ਦੀ ਉਡੀਕ ਦੇ ਵਿੱਚ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਪ੍ਰਸ਼ਾਸਨ ਆਪਣੀ ਸਖਤੀ ਕਰੇ, ਪ੍ਰਸ਼ਾਸਨ ਬਦਲਾਵ ਲੈ ਕੇ ਆਏ, ਪ੍ਰਸ਼ਾਸਨ ਹੋਰ ਸਖਤ ਹੋਵੇ, ਪਰ ਇਹ ਤਮਾਮ ਦਾਅਵੇ, ਤਮਾਮ ਜਿਹੜੀਆਂ ਗੱਲਾਂ ਨੇ ਉਹ ਖੋਖਲੀਆਂ ਸਾਬਤ ਹੋ ਜਾਂਦੀਆਂ ਨੇ ਜਦੋਂ ਫਿਰ ਉਹੀ ਮਾਮਲੇ ਸਾਹਮਣੇ ਆਉਂਦੇ ਨੇ, ਜਦੋਂ ਫਿਰ ਇੱਕ ਨਿਰਭਇਆ ਆਪਣੀ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਹਾਰ ਜਾਂਦੀ ਹੈ, ਜਦੋਂ ਫਿਰ ਇੱਕ ਧੀ ਦੇ ਨਾਲ ਇਸ ਤਰ੍ਹਾਂ ਦੇ ਦੁਸ਼ਕਰਮ ਹੁੰਦੇ ਨੇ। ਇਹ ਬਦਲਾਵ ਕਦੋਂ ਆਏਗਾ, ਇਹ ਇੱਕ ਸਵਾਲ ਬਣਿਆ ਹੋਇਆ ਹੈ। ਜਵਾਬ ਦੀ ਉਡੀਕ ਰਹਿੰਦੀ ਹੈ, ਬਦਲਾਵ ਦੀ ਉਡੀਕ ਰਹਿੰਦੀ ਹੈ, ਪਰ ਬਦਲਾਵ ਕਦੇ ਨਹੀਂ ਆਉਂਦਾ। ਕੈਮਰਾਮੈਨ ਪ੍ਰਕਾਸ਼ ਸਿੰਘ ਜੱਸਾ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।